ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਮੁੱਦਾ। ਜਦੋਂ ਮੁੱਦੇ ਦੀ ਗੱਲ ਕਰਦੇ ਹਾਂ ਤੇ ਅੱਜ ਕੱਲ੍ਹ ਅਸੀਂ ਅਮਰੀਕਾ ਵੱਲ ਹੋਏ ਹਾਂ। ਮੋਹਿਤ ਜੀ, ਤੇ ਅਮਰੀਕਾ ਦੇ ਵਿੱਚ ਸਾਨੂੰ ਪਤਾ ਹੀ ਹੈ ਕਿ ਕੀ ਚੱਲ ਰਿਹਾ ਜੀ। ਆਜ਼ਾਦੀ ਤਾਂ ਉਹਨਾਂ ਨੂੰ ਪਹਿਲਾਂ ਮਿਲ ਗਈ ਸੀ। ਮੈਂ ਆਜ਼ਾਦੀ ਟਰੰਪ ਸਾਹਿਬ ਤੋਂ ਕਹਿ ਰਿਹਾ ਸੀ, ਬੜੇ ਸਾਰੇ ਲੋਕਾਂ ਨੇ ਟਵੀਟ ਕੀਤੇ ਕਿ ਬਈ ਸਾਨੂੰ ਤਾਂ ਆਜ਼ਾਦੀ ਮਿਲ ਗਈ ਹੈ, ਹੁਣ ਤੁਸੀਂ ਇੰਡੀਆ ਵਾਲੇ ਆਪਦਾ ਦੇਖ ਲਓ। ਸੋ ਇੰਪੀਚਮੈਂਟ ਦਾ ਚੱਲ ਚੌਥਾ ਦਿਨ ਸੀਗਾ, ਔਰ ਚੌਥੇ ਦਿਨ ਜਿਹੜਾ ਡਿਫੈਂਸ ਲਾਇਰ ਹੈ ਉਹਨਾਂ ਦਾ, ਯਾਨੀ ਕਿ ਟਰੰਪ ਸਾਹਿਬ ਦਾ ਡਿਫੈਂਸ ਲਾਇਰ ਸੀਗਾ, ਉਹਨੇ ਬਹੁਤ ਸਾਰੀਆਂ ਉਹ ਗੱਲਾਂ ਕਹੀਆਂ ਜਿਹੜੀਆਂ ਕਿ ਸਾਨੂੰ ਲੱਗਦਾ ਸੀ ਕਿ ਉਹ ਸ਼ਾਇਦ ਤਿਆਰ ਕਰਨਗੇ, ਔਰ ਇਹ ਕਹਿ ਲਿਆ ਕਿ ਸੁਭਾਵਿਕ ਸੀ ਕਿ ਉਹ ਗੱਲਾਂ ਉਹਨਾਂ ਨੇ ਕਰਨੀਆਂ ਸੀ। ਖੈਰ ਸਾਹਿਬ, ਤੁਸੀਂ ਇੰਪੀਚਮੈਂਟ ਦੀ ਗੱਲ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਇੰਪੀਚਮੈਂਟ ਲਾਉਣੀ, ਯਾਨੀ ਕਿ ਉਹਨਾਂ ਉੱਪਰ ਐਲੀਗੇਸ਼ਨਸ ਲਾਣੇ ਇੱਕ ਵੱਖਰੀ ਸਟੋਰੀ ਹੈ, ਤੇ ਉਹਨਾਂ ਦਾ ਬਚਾਓ ਕਰਨਾ ਵੀ ਇੱਕ ਜ਼ਰੂਰੀ ਹੈ। ਐਂਡ ਬਚਾਓ ਕੀਤਾ ਵੀ ਜਾਏਗਾ, ਕਿਉਂਕਿ ਇੱਕ ਸਾਬਕਾ ਰਾਸ਼ਟਰਪਤੀ ਰਹੇ ਨੇ, ਰਾਸ਼ਟਰਪਤੀ ਅਮਰੀਕਾ ਦੇ ਰਹੇ ਨੇ, ਉਹ ਐਡੇ ਵੱਡੇ ਦੇਸ਼ ਤੇ ਰਹੇ ਨੇ। ਸੋ ਉਹਨਾਂ ਵੱਲੋਂ ਵੀ ਪੂਰੀਆਂ ਮੈਂ ਕਹਿੰਦਾ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਬਈ ਉਹਨਾਂ ਦਾ ਬਿਲਕੁਲ ਵਾਕਈ ਕੋਈ ਕਸੂਰ ਨਹੀਂ ਸੀਗਾ। ਉਹਨਾਂ ਨੇ ਜੋ ਲੋਕਾਂ ਨਾਲ ਗੱਲਬਾਤ ਕੀਤੀ ਉਹ ਭੜਕਾਉਣ ਵਾਲੀ ਗੱਲ ਨਹੀਂ ਕੀਤੀ। ਸੋ ਅਲੱਗ-ਅਲੱਗ ਜਿਹੜੀਆਂ ਦਲੀਲਾਂ ਜਿਹੜੀਆਂ ਨੇ ਦੋਨਾਂ ਵਕੀਲਾਂ ਵੱਲੋਂ ਕਹਿ ਲਓ ਜਾਂ ਦੋਨਾਂ ਪਾਸੋਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਪਰ ਆਖਰ ਜਿਹੜਾ ਫੈਸਲਾ ਹੋਵੇਗਾ ਉਹਦੇ ਉੱਪਰ ਬੜੀ ਨਜ਼ਰ ਰੱਖਣੀ ਪਵੇਗੀ ਕਿ ਕੀ ਫੈਸਲਾ ਆਵੇਗਾ, ਕਿਉਂਕਿ ਇਤਿਹਾਸ ਵਿੱਚ ਇੱਕ ਬੜੀ ਵੱਡੀ ਚੀਜ਼ ਲਿਖੀ ਜਾਵੇਗੀ। ਜੇਕਰ ਡੋਨਲਡ ਟਰੰਪ ਹੋਣਾ ਤੇ ਜਿਹੜੀ ਇੰਪੀਚਮੈਂਟ ਜਿਹੜੀ ਹੈ ਉਹ ਸਿੱਧ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਜਿਹੜੀ ਉਹਨਾਂ ਤੇ ਹੋਵੇਗੀ, ਉਹਨਾਂ ਦੇ ਉੱਪਰ ਕੋਈ ਹੋਰ ਜਿਹੜੇ ਉਹਨਾਂ ਦੇ ਐਲੀਗੇਸ਼ਨਸ ਲੱਗਣਗੇ ਜਾਂ ਫਿਰ ਜੇਲ੍ਹ ਤੱਕ ਵੀ ਜਾ ਸਕਦੇ ਨੇ, ਅਗਰ ਵਾਕਈ ਪ੍ਰੂਫ ਹੋ ਜਾਂਦਾ ਕਿ ਉਹਨਾਂ ਨੇ ਹੀ ਭੜਕਾਇਆ ਸੀਗਾ, ਉਹਨਾਂ ਕਰਕੇ ਹੀ ਸਭ ਕੁਝ ਦੰਗੇ ਹੋਏ ਸੀਗੇ, ਜਿਹਨਾਂ ਵਿੱਚ ਕੁਝ ਕੁ ਲੋਕਾਂ ਦੀ ਮੌਤ ਵੀ ਹੋਈ ਸੀਗੀ। ਸੋ ਜਿਹੜਾ ਪ੍ਰੋਸੈਸ ਹੈ ਉਹ ਸ਼ਾਇਦ ਲੰਬਾ ਚੱਲ ਸਕਦਾ ਹੈ ਜਾਂ ਫਿਰ ਬਹੁਤ ਛੋਟਾ ਵੀ ਚੱਲ ਸਕਦਾ, ਡਿਪੈਂਡ ਕਰਦਾ ਕਿ ਕਿੰਨੀਆਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਵੋਟਿੰਗ ਹੋਣਗੀਆਂ, ਕਿਵੇਂ ਤੁਸੀਂ ਕਿਸੇ ਨੂੰ ਪੂਰੇ ਹਾਊਸ ਨੂੰ ਕਨਵਿੰਸ ਕਰਦੇ ਹੋ, ਜਾਂ ਜਿਹੜਾ ਪ੍ਰੋਸੈਸ ਹੈ ਉਹ ਸਾਰਾ ਜਿਹੜਾ ਚੱਲੇਗਾ। ਵੈਲ, ਕੱਲ ਜਿਹੜੇ ਉਹਨਾਂ ਦੇ ਜਿਹੜੇ ਲਾਇਰ ਨੇ, ਡਿਫੈਂਸ ਲਾਇਰ ਨੇ ਮਾਈਕਲ, ਉਹਨਾਂ ਨੇ ਪਹਿਲਾਂ 2-3 ਟਰਮਾਂ ਵਰਤੀਆਂ। ਪਹਿਲਾਂ ਅਸੀਂ ਉਹਨਾਂ ਦੀ ਗੱਲ ਕਰ ਲਏ ਹਾਂ। ਉਹ ਕਹਿੰਦੇ ਜੀ ਇਹ ਅਨਕਨਸਟੀਟਿਊਸ਼ਨਲ ਹੈ ਔਰ ਅਨਡੈਮੋਕ੍ਰੈਟਿਕ ਹੈ ਜੀ। ਅਨਕਨਸਟੀਟਿਊਸ਼ਨਲ ਉਹ ਕਹਿੰਦੇ ਜੀ ਇਸ ਤਰੀਕੇ ਦੇ ਨਾਲ ਆ ਕਿ ਉਹ ਬੰਦਾ ਜਿਹੜਾ ਹੈ ਉਹ ਰਿਟਾਇਰ ਹੋ ਗਿਆ ਔਰ ਤੁਸੀਂ ਉਸ ਦੇ ਉੱਤੇ ਕਨਸਟੀਟਿਊਸ਼ਨਲ ਜਿਹੜਾ ਹੈ ਤਰੀਕੇ ਦੇ ਨਾਲ ਮੁਕੱਦਮਾ ਨਹੀਂ ਚਲਾ ਸਕਦੇ, ਇੱਕ ਧਾਰਨਾ ਨਹੀਂ ਬਣ ਸਕਦੀ ਜੀ। ਦੂਸਰੀ ਉਹਨਾਂ ਨੇ ਗੱਲ ਕੀਤੀ ਕਿ ਅਨਡੈਮੋਕ੍ਰੈਟਿਕ ਹੈ, ਕਿ ਅਸੀਂ ਜਦੋਂ ਕੋਈ ਬੰਦਾ ਚਲੇ ਜਾਂਦਾ ਹੈ, ਉਸ ਦੀ ਰਿਟਾਇਰਮੈਂਟ ਹੋ ਜਾਂਦੀ ਹੈ, ਉਹ ਅਹੁਦੇ ਤੇ ਨਹੀਂ ਰਹਿੰਦਾ, ਉਹ ਫਿਰ ਉਸ ਦੇ ਉੱਤੇ ਮਹਾਬਿਦੋਸ਼ ਲਾਉਣਾ ਇੱਕ ਤਰੀਕੇ ਦੇ ਨਾਲ ਉਹਦੀ ਕੋਈ ਤੁੱਕ ਨਹੀਂ ਬਣਦੀ ਜੀ। ਪਰ ਸਾਡੇ ਕੋਲ ਦੋਹਾਂ ਗੱਲਾਂ ਦੇ ਜਵਾਬ ਹੈ। ਜਦੋਂ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਆ ਤੇ ਲੋਕਤੰਤਰ ਦੁਨੀਆ ਦੇ ਵਿੱਚ ਸਭ ਤੋਂ ਮਜ਼ਬੂਤ ਹੁੰਦਾ ਹੈ ਜਦੋਂ ਲੋਕਾਂ ਦੀ ਸੁਣੀ ਜਾਂਦੀ ਹੈ ਜੀ। ਫਿਰ ਲੋਕਾਂ ਦੀ ਸੁਣਨ ਦੇ ਲਈ ਸਾਨੂੰ ਇਹ ਵੀ ਚਾਹੀਦਾ ਕਿ ਜਿਹੜੇ ਲੋਕਾਂ ਦੇ ਨੁਮਾਇੰਦੇ ਹੋਣ, ਉਹਨਾਂ ਦੇ ਨਾਲ ਸੱਚ ਦੇ ਨਾਲ ਚੱਲਣ, ਯਾਨੀ ਕਿ ਉਹ ਇੱਕ ਤਰੀਕੇ ਦੇ ਨਾਲ ਸਟੀਕ ਫੈਸਲੇ ਲੈਣ। ਪਰ ਜਦੋਂ ਟਰੰਪ ਸਾਹਿਬ ਦੀ ਗੱਲ ਕਰਦੇ ਹਾਂ ਤੇ ਟਰੰਪ ਸਾਹਿਬ ਨੇ ਸਟੀਕ ਫੈਸਲੇ ਕੋਈ ਵੀ ਨਹੀਂ ਲਏ ਜੀ। ਚਾਹੇ ਕਰੋਨਾ ਨੂੰ ਲੈ ਕੇ ਕਹਿ ਲਈਏ ਗੱਲ, ਚਾਹੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਕਹਿ ਲਈਏ, ਚਾਹੇ ਡਿਸਕ੍ਰਿਮੀਨੇਸ਼ਨ ਪਾਲਿਸੀਜ਼ ਨੂੰ ਕਹਿ ਲਈਏ, ਮਤਲਬ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਸਟੀਕ ਡਿਸੀਜ਼ਨ ਨਹੀਂ ਲਏ ਜੀ। ਇਹ ਤਾਂ ਹੋ ਗਿਆ ਉਹਨਾਂ ਦੀ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ। ਦੂਸਰੇ ਬੰਨੇ ਉਹ ਕਹਿੰਦੇ ਨੇ ਕਿ ਇਹ ਇੱਕ ਤਰੀਕੇ ਨਾਲ ਪੋਲੀਟੀਕਲ ਮੋਟੀਵੇਟਡ ਆ। ਜਿਹੜੇ ਉਹਨਾਂ ਦੇ ਡਿਫੈਂਸ ਲਾਇਰ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਇਹ ਪੋਲੀਟੀਕਲ ਮੋਟੀਵੇਟਡ ਹੈ, ਕਿ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਨੇ, ਉਹਨਾਂ ਦੀ ਇਮੇਜ ਤੇ ਦਾਰ ਲਾਉਣਾ ਚਾਹੁੰਦੇ ਨੇ ਤਾਂ ਜੋ ਜਿਹੜਾ ਹੈ ਉਹਨਾਂ ਦਾ ਪੋਲੀਟੀਕਲ ਕਰੀਅਰ ਖਤਮ ਹੋ ਜਾਏ ਜੀ। ਤਾਂ ਵਾਕਈ ਹੈ, ਜੇ ਇੰਪੀਚਮੈਂਟ ਸਾਬਤ ਹੁੰਦੀ ਹੈ ਤੇ ਉਹਨਾਂ ਦਾ ਪੋਲੀਟੀਕਲ ਕਰੀਅਰ ਖਤਮ ਹੋ ਜਾਏਗਾ। ਕੱਲ ਉਹਨਾਂ ਨੂੰ ਬਹੁਤ ਵੱਡਾ ਸਮਾਂ ਮਿਲਿਆ, ਕਿਉਂਕਿ ਇੱਥੇ ਅਮਰੀਕਾ ਦਾ ਇੱਕ ਰੂਲ ਹੈ, ਜਿਵੇਂ ਪ੍ਰੈਜ਼ੀਡੈਂਟ ਇਲੈਕਸ਼ਨਸ ਦੇ ਟਾਈਮ ਆਪਾਂ ਕਹਿੰਦੇ ਆ ਕਿ ਡਿਬੇਟਸ ਹੁੰਦੀਆਂ ਨੇ, ਇੱਥੇ ਵੀ ਇੱਕ ਤਰੀਕੇ ਦੇ ਨਾਲ ਡਿਬੇਟਸ ਹੁੰਦੀਆਂ ਨੇ। ਹੁਣ ਪਹਿਲੇ ਜਿਹੜੇ 2 ਦਿਨ ਸੀਗੇ ਉਹ ਮੈਨੇਜਰਸ ਨੂੰ ਮਿਲੇ, ਸੈਨੇਟ ਨੂੰ ਮਿਲੇ, ਹੁਣ ਕੱਲ ਡਿਫੈਂਸ ਨੂੰ ਮਿਲੇ। ਡਿਫੈਂਸ ਨੂੰ ਜਿੰਨਾ ਟਾਈਮ ਮਿਲਿਆ ਸੀ ਉਹਨਾਂ ਨੇ 3 ਘੰਟੇ ਤੋਂ ਵੀ ਘੱਟ ਦਾ ਸਮਾਂ ਲਿਆ ਔਰ ਆਪਣੇ ਪੁਆਇੰਟ ਜਿਹੜੇ ਆ ਉਹ ਇਕੱਲਾ ਕਰਕੇ ਜਿਹੜਾ ਉਹਨੂੰ ਡਿਸਕ੍ਰਾਈਬ ਕਰ ਦਿੱਤਾ ਉਹਨਾਂ ਦੇ ਡਿਫੈਂਸ ਲਾਇਰ ਨੇ। ਸੋ ਇਹ ਇੱਕ ਦੇਖਣ ਵਾਲੀ ਗੱਲ ਹੈ, ਕਿਉਂਕਿ ਜਿਹੜੇ ਉੱਥੇ ਦੇ ਮਾਹਿਰ ਨੇ ਉਹ ਇਹ ਕਹਿ ਰਹੇ ਨੇ ਕਿ ਇੰਪੀਚਮੈਂਟ ਨਹੀਂ ਲੱਗਣੀ, ਕਿਉਂਕਿ ਇੰਪੀਚਮੈਂਟ ਲੱਗਣ ਦੇ ਲਈ ਤੁਸੀਂ ਉਸ ਦਿਨ ਵੀ ਐਕਸਪਲੇਨ ਕੀਤਾ ਸੀ ਕਿ ਉਹਨਾਂ ਕੋਲ ਬਹੁਤ ਜ਼ਿਆਦਾ ਪਰਸੈਂਟੇਜ ਉਹਨਾਂ ਨੂੰ ਚਾਹੀਦੀ ਹੈ, ਜਿਹੜੀ ਕਿ ਪਾਰਟੀ ਦੇ ਲਈ ਬਹੁਤ ਔਖੀ ਹੈ। ਪਹਿਲਾਂ ਸਾਨੂੰ ਇਹ ਲੱਗਦਾ ਸੀ ਕਿ ਜਿਹੜੇ 10 MPs ਨੇ ਰਿਪਬਲਿਕਨ ਦੇ ਉਹ ਆ ਜਾਣਗੇ, ਡੈਮੋਕ੍ਰੇਟ ਜਿਹੜੇ ਨੇ ਉਹਨਾਂ ਨੂੰ ਘੱਟ ਜਿਹੜਾ ਹੈ ਉਹ ਮਤਲਬ ਇੱਦਾਂ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਕੋਈ ਐਫਰਟ ਨਾ ਲਾਉਣਾ ਪਵੇ ਔਰ ਇੰਪੀਚਮੈਂਟ ਹੋ ਜਾਵੇ। ਪਰ ਹੁਣ ਜਿੱਦਾਂ ਇੰਪੀਚਮੈਂਟ ਟ੍ਰਾਇਲ ਹੋਇਆ ਤਾਂ ਪਾਰਟੀ ਲਾਈਨ ਦੀਆਂ ਗੱਲਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ। ਜਿਹੜੀਆਂ 2 ਬੀਬੀਆਂ ਉਹਨਾਂ ਦੇ ਹੱਕ 'ਚ ਬੋਲਦੀਆਂ ਸੀ, ਯਾਨੀ ਕਿ ਡੈਮੋਕ੍ਰੇਟ ਦੇ ਹੱਕ ਵਿੱਚ ਬੋਲਦੀਆਂ ਸੀ, ਜਿਹੜੀਆਂ ਕਹਿੰਦੇ ਸੀ ਗਲਤ ਹੋਇਆ, ਉਹ ਵੀ ਉਹਨਾਂ ਦੇ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਕਿਹਾ ਜੀ ਨਹੀਂ ਤਾਂ ਤੁਹਾਨੂੰ ਪਾਰਟੀ 'ਚੋਂ ਬਾਹਰ ਕੱਢ ਦੇਣਾ, ਨਹੀਂ ਤਾਂ ਤੁਸੀਂ ਸਾਡੇ ਨਾਲ ਚੱਲੋ। ਸੋ ਹੁਣ ਇੱਕ ਤਰੀਕੇ ਨਾਲ ਈਜ਼ੀ ਨਹੀਂ ਲੱਗਦਾ। ਮੈਨੂੰ ਲੱਗਦਾ ਕਿ ਹੁਣ ਦੋਹਾਂ ਧਿਰਾਂ ਦੇ ਵਿੱਚ ਜਿਹੜੇ ਕੁਐਸਚਨ ਆਨਸਰ ਦਾ ਸਿਲਸਿਲਾ ਉਹ ਵੀ ਖਤਮ ਹੋ ਗਿਆ ਹੈ, ਡਿਸਕਸ਼ਨ ਦਾ ਸਿਲਸਿਲਾ ਵੀ ਖਤਮ ਹੋ ਗਿਆ, ਪ੍ਰੈਜੈਂਟੇਸ਼ਨ ਦਾ ਸਿਲਸਿਲਾ ਵੀ ਖਤਮ ਹੋ ਗਿਆ। ਹੁਣ ਸਿੱਧਾ ਉਹਨਾਂ ਨੇ ਵੋਟ ਕਰਨੀ ਹੈ। ਜੇ ਅੱਜ ਦੇ ਦਿਨ ਵੋਟ ਹੁੰਦੀ ਹੈ ਤਾਂ ਸ਼ਾਇਦ ਸ਼ਾਮਾਂ ਤੱਕ ਸਾਨੂੰ ਪਤਾ ਲੱਗ ਜਾਏ ਕਿ ਕੀ ਸਿਲਸਿਲਾ ਹੁੰਦਾ ਹੈ ਜੀ। ਵਾਕਈ ਤੁਸੀਂ ਗੱਲ ਕੀਤੀ ਵਰਡਿਕਟ ਦੀ, ਤਾਂ ਜਿਹੜੀ ਵਰਡਿਕਟ ਹੈ ਉਹ ਅੱਜ ਜਾਂ ਕੱਲ ਤੱਕ ਜਿਹੜੀ ਸਾਹਮਣੇ ਆ ਸਕਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਵੋਟਿੰਗ ਦੀ, ਤਾਂ ਸ਼ਾਇਦ ਹਰ ਇੱਕ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਵੋਟਿੰਗ ਜਿਹੜੀ ਹੈ ਉਹ ਇੱਕ ਪਾਸੇ ਨਹੀਂ ਜਾ ਸਕਦੀ, ਕਿਉਂਕਿ ਟਰੰਪ ਦੇ ਜਿਹੜੇ ਹਮਾਇਤੀ ਨੇ, ਭਾਵੇਂ ਉਹ ਇੱਕ ਵਾਰੀ ਉਹਨਾਂ ਨੇ ਜ਼ਰੂਰ ਕਿਹਾ ਕਿ ਜਿਹੜੀ ਹਿੰਸਾ ਹੋਈ ਹੈ ਵਾਕਈ ਮੰਦਭਾਗੀ ਗੱਲ ਹੈ, ਬਟ ਫਿਰ ਵੀ ਉਹਨਾਂ ਨੇ ਟਰੰਪ ਦੇ ਖਿਲਾਫ ਵੋਟਿੰਗ ਸ਼ਾਇਦ ਨਹੀਂ ਕਰਨੀ। ਉਹ ਹਰ ਇੱਕ ਨੂੰ ਪਹਿਲਾਂ ਹੀ ਪਤਾ ਸੀਗਾ। 1-2 ਵੋਟਾਂ ਦੇ ਕਰਕੇ ਜਿਹੜਾ ਫੈਸਲਾ ਜਿਹੜਾ ਹੈ ਇੰਪੀਚਮੈਂਟ ਵੱਲ ਅੱਗੇ ਨਹੀਂ ਵੱਧ ਸਕਦਾ। ਸੋ ਅੱਜ ਜਾਂ ਕੱਲ ਤੱਕ ਜਿਹੜਾ ਸੈਨੇਟ ਆਪਣਾ ਫੈਸਲਾ ਸੁਣਾ ਦੇਗਾ, ਵਰਡਿਕਟ ਫਾਈਨਲ
ਦੇ ਲਈ ਸੁਣਾ ਦੇਗਾ। ਬਟ ਫਿਰ ਵੀ ਖਹਿਰਾ ਸਾਹਿਬ ਜਿਹੜਾ ਪੂਰਾ ਪ੍ਰੋਸੈਸ ਸੀਗਾ ਉਹਦੇ ਵਿੱਚ ਨੋ ਡਾਊਟ ਇੱਕ ਤਾਂ ਕੋਸ਼ਿਸ਼ ਜ਼ਰੂਰ ਸੀਗੀ ਕਿ ਉਹਨਾਂ ਨੂੰ ਇੰਪੀਚਮੈਂਟ ਪੂਰੀ ਲਾਗੂ ਕੀਤੀ ਜਾਵੇ, ਉਹਨਾਂ ਦੇ ਉੱਪਰ ਜਿਹੜੀ ਪਨਿਸ਼ਮੈਂਟ ਹੈ ਜਾਂ ਫਿਰ ਜਿਹੜੀ ਸਜ਼ਾ ਹੈ ਉਹਨਾਂ ਨੂੰ ਬਣਦੀ ਦਿੱਤੀ ਜਾਵੇ। ਪਰ ਮੇਨ ਕੰਮ ਇਹ ਸੀਗਾ ਕਿ ਉਹਨਾਂ ਦੇ ਉੱਪਰ ਇੰਪੀਚਮੈਂਟ ਸ਼ੁਰੂ ਹੋਵੇ ਤਾਂ ਜੋ ਉਹਨਾਂ ਦੇ ਉੱਪਰ ਜਿਹੜੀ ਇੱਕ ਬਦਨਾਮੀ ਹੈ ਜਿਹੜੀ ਜਾਣਬੁੱਝ ਕੇ ਕੀਤੀ ਜਾਵੇ, ਕਿਉਂਕਿ ਵਾਕਈ ਉਹਨਾਂ ਨੇ ਕੰਮ ਬਦਨਾਮ ਹੋਣ ਵਾਲਾ ਕੀਤਾ ਵੀ ਸੀਗਾ। ਸੋ ਇੱਥੇ ਮੇਨ ਧਾਰਾ ਇਹ ਸੀਗੀ ਕਿ ਉਹਨਾਂ ਦੇ ਵਿੱਚ ਇੱਕ ਇਤਿਹਾਸ ਦੇ ਵਿੱਚ ਤੁਸੀਂ ਕਹਿ ਲਓ ਕਿ ਜਦੋਂ ਆਪਾਂ ਗੱਲ ਕਰਾਂਗੇ ਫਰੋਲਾਂਗੇ ਕਦੀ ਤਾਂ ਇੱਕ ਅਜਿਹੇ ਇਕੱਲੇ ਰਾਸ਼ਟਰਪਤੀ ਉਹੋ ਜਿਹੇ ਹੋਣਗੇ ਜਿਹਨਾਂ ਦੇ ਉੱਪਰ 2 ਵਾਰ ਇੰਪੀਚਮੈਂਟ ਦਾ ਮੁੱਦਾ ਸ਼ੁਰੂ ਹੁੰਦਾ। ਸੋ ਇਹ ਹੁਣ ਓਬਵੀਅਸਲੀ ਗੱਲ ਹੈ ਕਿ ਅਗਲੀ ਵਾਰ ਹੁਣ ਸ਼ਾਇਦ ਖੜੇ ਹੋਣ ਜੋਗੇ ਨਹੀਂ ਹੋਣਗੇ। ਸੋ ਇੱਕ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੇ ਵਿਰੋਧੀ ਧਿਰ ਹੈ ਉਹਨਾਂ ਨੂੰ ਪਤਾ ਸੀਗਾ ਕਿ ਸ਼ਾਇਦ ਸਿੱਧ ਨਾ ਵੀ ਹੋਣਗੇ, ਪਰ ਇੱਕ ਉਹਨਾਂ ਦੀ ਜਿਹੜੀ ਛਵੀ ਖਰਾਬ ਕਹਿ ਲਓ ਜਾਂ ਫਿਰ ਇੱਕ ਸਹੀ ਤਰ੍ਹਾਂ ਦੀ ਛਵੀ ਜਿਹੜੀ ਲੋਕਾਂ ਤੱਕ ਦਿਖਾਈਏ ਕਿ ਇਹਨਾਂ ਨੇ ਇਲੈਕਸ਼ਨਸ ਨੂੰ ਪਲਟਣ ਦੇ ਲਈ ਕੀ ਕੁਝ ਕੀਤਾ। ਸੋ ਤਾਂ ਕਰਕੇ ਜਿਹੜਾ ਸਾਰਾ ਇੰਪੀਚਮੈਂਟ ਦਾ ਸਿਲਸਿਲਾ ਜਿਹੜਾ ਹੈ ਅਮਰੀਕਾ ਵਿੱਚ ਚਲਾਇਆ ਗਿਆ ਤਾਂ ਜੋ ਦੁਬਾਰਾ ਇਲੈਕਸ਼ਨਸ ਵੱਲ ਨਾ ਦੇਖ ਸਕਣ ਤੇ ਦੁਬਾਰਾ ਅਮਰੀਕਨ ਪੋਲਿਟਿਕਸ ਵਿੱਚ ਆਪਣੀ ਦਖਲ ਅੰਦਾਜ਼ੀ ਨਾ ਕਰ ਸਕਣ, ਕਿਉਂਕਿ ਵਾਕਈ ਇੱਕ ਡਿਕਟੇਟਰ ਵਾਂਗ ਇਹਨਾਂ ਨੇ ਬਿਹੇਵ ਕੀਤਾ ਸੀਗਾ ਕਿ ਜਦੋਂ ਇਲੈਕਸ਼ਨ ਸਾਹਮਣੇ ਆ ਵੀ ਗਏ ਸਨ ਤਾਂ ਵੀ ਉਹਨਾਂ ਨੇ ਬਾਰ-ਬਾਰ ਇੱਕੋ ਚੀਜ਼ ਦਾ ਆਲਾਪ ਲਗਾਇਆ ਸੀਗਾ ਕਿ ਬਈ ਮੈਂ ਤਾਂ ਜਿੱਤਿਆ ਹੀ ਜਿੱਤਿਆ, ਜੋ ਮਰਜ਼ੀ ਕਰ ਲਓ, ਮੈਂ ਨਾ ਵਾਈਟ ਹਾਊਸ ਸੁੱਟਣਾ ਨਾ ਮੈਂ ਕੁਝ ਕਰਨਾ। ਐਂਡ ਹਾਰ ਕੇ ਫਿਰ ਅਖੀਰ ਵਿੱਚ ਉਹਨਾਂ ਨੇ ਉਹ ਚੀਜ਼ ਕੀਤੀ ਜਿਸ ਤੋਂ ਬਾਅਦ ਪੂਰੀ ਦੁਨੀਆ ਦੀ ਲਾਹਨਤਾਂ ਜਿਹੜੀਆਂ ਉਹਨਾਂ ਨੂੰ ਪਈਆਂ ਐਂਡ ਜਿਸ ਤੋਂ ਬਾਅਦ ਇੰਪੀਚਮੈਂਟ ਵੱਲ ਨੂੰ ਜਿਹੜਾ ਇਹਨਾਂ ਦਾ ਕੇਸ ਹੈ ਉਹ ਅੱਗੇ ਵਧਿਆ। ਸੋ ਜਿਹੜਾ ਵਰਡਿਕਟ ਹੈ ਉਹ ਅੱਜ ਜਾਂ ਕੱਲ ਤੱਕ ਜਿਵੇਂ ਤੁਸੀਂ ਕਿਹਾ ਕਿ ਵੋਟਿੰਗ ਕਰਾ ਬਸ ਅੱਜ ਕੱਲ੍ਹ 'ਚ ਪੈ ਜਾਵੇਗੀ। ਸਾਰਿਆਂ ਨੂੰ ਪਤਾ ਕਿ ਸ਼ਾਇਦ ਵੋਟਿੰਗ ਜਿਹੜੀ ਹੈ ਬਿਲਕੁਲ ਉਹਨਾਂ ਨੂੰ ਉਨੀ ਜ਼ਿਆਦਾ ਨਾ ਮਿਲੇ, ਫੈਸਲਾ ਵਿਚਕਾਰ ਰਹਿ ਸਕਦਾ ਹੈ, ਬਟ ਹਾਂ ਅੱਜ ਕੱਲ੍ਹ 'ਚ ਵਰਡਿਕਟ ਜਿਹੜੀ ਹੈ ਸਾਹਮਣੇ ਆ ਸਕਦੀ ਹੈ। ਦੇਖੋ ਇੰਨੇ ਪ੍ਰਤੱਖ ਤੌਰ ਤੇ ਵੀ ਅਸੀਂ ਨਹੀਂ ਕਹਿ ਸਕਦੇ ਕਿ ਵਰਡਿਕਟ ਜਿਹੜੀ ਹੈ ਉਹਨਾਂ ਦੇ ਹੱਕ ਵਿੱਚ ਵੀ ਆਵੇ, ਕਿਉਂਕਿ ਉੱਥੇ ਬਹੁਤ ਪਰਸਪੈਕਟਿਵ ਜਿਹੜੇ ਨੇ ਉਹ ਅਲੱਗ ਹੋ ਸਕਦੇ ਨੇ। ਇੱਕ ਟੈਸਟੋਨੋਮੀ ਜਾਨੇ ਕਿ ਟਾਈਮਲਾਈਨ, ਇੱਕ ਉਹ ਕੈਮਰੇ ਦੀਆਂ ਫੁਟੇਜ ਦਿਖਾਈਆਂ ਜਿਹੜੀਆਂ ਅਨਸੀਨ ਫੁਟੇਜ ਸੀ। ਜੀ। ਤੇ ਜਦੋਂ ਉਹ ਅਨਸੀਨ ਫੁਟੇਜ ਖਤਮ ਹੋਈ ਹੈ, ਜਦੋਂ ਮਤਲਬ ਖਤਮ ਹੋਈ ਹੈ ਉਹ ਵੀਡੀਓ, ਬਹੁਤ ਸਾਰੇ ਲੋਕਾਂ ਦੀਆਂ ਭੁੱਬਾਂ ਨਿਕਲ ਗਈਆਂ ਸੀ ਔਰ ਉਹਨਾਂ ਨੇ ਕਿਹਾ ਕਿ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਹੈ। ਤੇ ਕੱਲ ਵੀ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਪ੍ਰਾਊਡ ਬॉयਜ਼ ਕਹਿ ਰਹੇ ਨੇ ਕਿੱਥੇ ਆ ਨੈਂਸੀ ਪੈਲੋਸੀ, ਕਿੱਥੇ ਆ ਨੈਂਸੀ ਪੈਲੋਸੀ, ਅਸੀਂ ਉਹਨੂੰ ਮਾਰਨ ਆਏ ਆ। ਸੋ ਤੁਸੀਂ ਜਦੋਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਆ, ਅਮਰੀਕਨ ਕਨਸਟੀਟਿਊਸ਼ਨ ਦੀ ਗੱਲ ਕਰਦੇ ਆ, ਤੇ ਇੱਕ ਬਹੁਤ ਵੱਡੀ ਖਬਰ ਹੈ ਇਹ, ਬਹੁਤ ਵੱਡਾ ਇੱਕ ਕਹਿ ਲਈਏ ਕਿ ਪੂਰਾ ਪ੍ਰੋਸੈਸ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਇੰਪੀਚਮੈਂਟ ਦਾ ਟ੍ਰਾਇਲ ਚੱਲਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੈ, ਕਿਉਂਕਿ ਸਾਡੇ ਵਰਗੇ ਮੁਲਕਾਂ ਦੇ ਵਿੱਚ ਇਹ ਹੁੰਦਾ ਹੈ ਕਿ ਅਜੇ ਤੱਕ ਮੈਨੂੰ ਲੱਗਦਾ ਕਿ ਕਦੀ ਕੋਈ ਅਸੀਂ ਸੁਣੀ ਨਹੀਂ ਇੰਪੀਚਮੈਂਟ ਦੀ ਗੱਲ ਹੋਈ ਹੋਵੇ, ਔਰ ਜਾਂ ਤਾਂ ਲੋਕ ਪਾਰਟੀ ਲਾਈਨ ਤੋਂ ਵੱਧ ਜਾਂਦੇ ਹੀ ਨਹੀਂ ਹੈਗੇ ਜਾਂ ਫਿਰ ਉਹਨਾਂ ਨੇ ਕੁਝ ਏਜੰਸੀਆਂ ਰੱਖੀਆਂ ਹੁੰਦੀਆਂ ਨੇ ਕਿ ਉਹ ਏਜੰਸੀਆਂ ਵਰਤ ਕੇ ਉਹ ਬਾਰੋਂ ਬਾਰੀ ਨਿਕਲ ਜਾਂਦੇ ਨੇ। ਫਿਰ ਐਸਆਈਟੀ ਬਣ ਜਾਂਦੀ ਹੈ, ਐਸਆਈਟੀ ਦੇ ਆਪ ਹੀ ਉਹ ਮੈਂਬਰ ਹੋ ਜਾਂਦੇ ਨੇ, ਆਪਣੇ ਆਪ ਨੂੰ ਆਪ ਹੀ ਕਲੀਅਰ ਚਿੱਟ ਦੇ ਦਿੰਦੇ ਨੇ। ਸੋ ਇੱਕ ਤਰੀਕੇ ਦੇ ਨਾਲ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਪਰ ਦੂਸਰੇ ਪਾਸੇ ਜਿਹੜਾ ਹੈ ਅਸੀਂ ਦੇਖਿਆ ਸੀ ਕਿ ਜਦੋਂ ਇੰਪੀਚਮੈਂਟ ਟ੍ਰਾਇਲ ਸ਼ੁਰੂ ਹੋਣਾ ਸੀਗਾ ਤੇ ਉਦੋਂ ਟਰੰਪ ਸਾਹਿਬ ਬੜੇ ਹੀ ਮਤਲਬ ਸਟੀਕ ਤਰੀਕੇ ਦੇ ਨਾਲ ਲਾਇਰ ਲੱਭਦੇ ਫਿਰਦੇ ਸੀ ਕਿ ਵੀ ਮੈਨੂੰ ਆਹ ਡਿਫੈਂਸ ਲਾਇਰ ਚਾਹੀਦਾ, ਮੈਨੂੰ ਆਹ ਡਿਫੈਂਸ ਲਾਇਰ ਚਾਹੀਦਾ। ਪਰ ਜਦੋਂ ਹੁਣ ਇੰਪੀਚਮੈਂਟ ਦਾ ਟ੍ਰਾਇਲ ਚੱਲਣ ਡਿਆ ਤੇ ਉਹ ਪਤਾ ਕਿੱਥੇ ਨੇ, ਫਲੋਰੀਡਾ ਦੇ ਵਿੱਚ ਗੋਲਫ ਖੇਡ ਰਹੇ ਨੇ ਜੀ। ਸੋ ਕਿਤੇ ਨਾ ਕਿਤੇ ਉਹ ਵੀ ਇੱਕ ਮੈਸੇਜ ਦੇ ਰਿਹਾ ਵੀ ਭਾਈ ਮੈਨੂੰ ਕੋਈ ਪਰਵਾਹ ਨਹੀਂ, ਮੇਰੇ ਵੱਲੋਂ ਜੋ ਮਰਜ਼ੀ ਤੁਸੀਂ ਕਰਦੇ ਰਹੋ, ਮੈਂ ਤੁਹਾਨੂੰ ਟਿੱਚ ਨਹੀਂ ਜਾਣਦਾ। ਸੋ ਇੱਕ ਤਰੀਕੇ ਨਾਲ ਉਹ ਵੀ ਇਮੇਜ ਹੈ, ਪਰ ਅੰਦਰੋਂ ਮੈਨੂੰ ਲੱਗਦਾ ਕਿ ਉਹ ਵੀ ਡਰੇ ਹੋਏ ਨੇ, ਸ਼ਾਇਦ ਉਹ ਇਸ ਕਰਕੇ ਉਹ ਉੱਥੇ ਰਹਿਣਾ ਹੀ ਨਹੀਂ ਚਾਹੁੰਦੇ। ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਕਿਤੇ ਹੋਰ ਹੀ ਚੱਲ ਜਾਈਏ, ਥੋੜੇ ਦਿਨ ਸੁੱਖ ਦੇ ਬਿਤਾ ਕੇ ਆਈਏ। ਸੋ ਪਰ ਉਹੀ ਸਨਕੀ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਲੱਗਦਾ ਕਿ ਮੈਂ ਸਾਰਾ ਕੁਝ ਖਰੀਦ ਲਵਾਂਗਾ, ਸਾਰਾ ਕੁਝ ਮੇਰੇ ਹੱਥ ਹੈ। ਇੱਕ ਸਿਆਸਤਦਾਨ ਤੋਂ ਘੱਟ ਉਹ CEO ਲੱਗਦਾ ਜਿਹਨੂੰ ਲੱਗਦਾ ਕਿ ਮੈਂ ਕਦੇ ਵੀ ਕਿਸੇ ਨੂੰ ਹਾਇਰ ਕਰ ਸਕਦਾ ਤੇ ਕਦੇ ਵੀ ਕਿਸੇ ਨੂੰ ਜਿਹੜਾ ਹੈ ਕੱਢ ਸਕਦਾ। ਜੀ ਵਾਕਈ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਉਹ ਗੋਲਫ ਖੇਡ ਰਹੇ ਨੇ, ਬੇਫਿਕਰਾ ਵਾਲਾ ਜਿਹੜਾ ਐਟੀਟਿਊਡ ਹੈ ਸ਼ੁਰੂ ਤੋਂ ਹੀ ਟਰੰਪ ਸਾਹਿਬ ਦਾ ਰਿਹਾ। ਇਹੀ ਕਾਰਨ ਹੈ ਕਿ ਉਹਨਾਂ ਨੇ ਕਦੇ ਵੀ ਕਿਸੇ ਦੇ ਲਈ ਵੀ ਕੋਈ ਸਟੇਟਮੈਂਟ ਦੇਣ ਤੋਂ ਪਹਿਲਾਂ ਸ਼ਾਇਦ ਕਦੀ ਸੋਚਿਆ ਹੀ ਨਹੀਂ ਹੋਵੇਗਾ, ਚਾਹੇ ਭਾਰਤ ਨੂੰ ਗੰਦਾ ਦੇਸ਼ ਕਹਿਤਾ ਹੋਵੇ, ਭਾਵੇਂ ਕਿਸੇ ਹੋਰਾਂ ਬਾਰੇ ਕੋਈ ਵੀ ਕਮੈਂਟ ਕਰ ਦਿੱਤਾ ਹੋਵੇ, ਉਹਨਾਂ ਨੇ ਕਦੀ ਵੀ ਨਹੀਂ ਸੋਚਿਆ। ਐਂਡ ਜਿਵੇਂ ਅਸੀਂ ਦੇਖਿਆ ਖਹਿਰਾ ਸਾਹਿਬ ਕਿ ਕਰੋਨਾ ਟਾਈਮ ਦੇ ਵਿੱਚ ਜਦੋਂ ਭਾਰਤ ਜਿਹੜੀ ਮੈਡੀਸਿਨ ਬਣਾ ਰਿਹਾ ਸੀਗਾ, ਉਹਨਾਂ ਨੂੰ ਕਿਵੇਂ ਪ੍ਰੈਸ਼ਰ ਪਾ ਕੇ ਕਿਹਾ ਕਿ ਜੇ ਤੁਸੀਂ ਦੁਬਾਰਾ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਜਾਂ ਫਿਰ ਸਾਡੇ ਨਾਲ ਜਿਹੜੇ ਰਿਲੇਸ਼ਨ ਸਹੀ ਰੱਖਣਾ ਚਾਹੁੰਦੇ ਹੋ, ਸਾਨੂੰ ਹੁਣੇ ਦੀ ਹੁਣੇ ਜਿਹੜੀ ਇੰਨੀ ਮੈਡੀਸਿਨ ਹੈ ਪੁੱਜਦੀ ਕੀਤੀ ਜਾਵੇ। ਤਾਂ ਮੋਦੀ ਹੋਣਾ ਨੇ ਵੀ ਸੋ ਕੋਲਡ ਉਹਨਾਂ ਨੇ ਦੋਸਤ ਨੇ ਪ੍ਰੈਸ਼ਰ ਸਮਝ ਕੇ ਜਾਂ ਦੋਸਤੀ ਭਾਈਵਾਲੀ ਸਮਝ ਕੇ ਉਹ ਜਿਹੜੀ ਚੀਜ਼ ਹੈ ਬੜੀ ਜਲਦੀ ਉਹਨਾਂ ਨੇ ਕਰ ਦਿੱਤੀ ਸੀਗੀ, ਬਿਨਾਂ ਸੋਚੇ ਕਿ ਟਰੰਪ ਸਾਹਿਬ ਨੇ ਥੋੜੇ ਕੁਝ ਕੁ ਦਿਨ ਪਹਿਲਾਂ ਹਜੇ ਦੇਸ਼ ਭਾਰਤ ਨੂੰ ਕੁਝ ਮਾੜੇ ਸ਼ਬਦ ਵੀ ਬੋਲੇ ਸੀਗੇ ਕਿ ਇੱਥੇ ਤਾਂ ਬਹੁਤ ਗੰਦਗੀ, ਇੱਥੇ ਰਹਿਣਾ ਬਹੁਤ ਔਖਾ ਹੈ, ਬੜੇ ਮੁਸ਼ਕਿਲ ਜਿਹੜੇ ਹਾਲਾਤ ਨੇ। ਦੇਖੋ ਮੋਦੀ ਜੀ, ਜਦੋਂ ਆਪਾਂ ਗੱਲ ਕਹਿੰਦੇ ਆ ਕਿ ਇੱਕ ਬਹੁਤ ਵੱਡਾ ਸਿਲਸਿਲਾ ਹੁੰਦਾ ਹੈ, ਬਿਲੈਟਰਲ ਇਸ਼ੂ ਜਿਹੜੇ ਨੇ ਉਹ ਕੁਝ ਚੀਜ਼ਾਂ ਦੇ ਉੱਤੇ ਸੀਮਤ ਹੁੰਦੇ ਨੇ। ਉਹ ਐਕਚੁਅਲੀ ਜਦੋਂ ਟਰੰਪ ਦੀ ਗੱਲ ਕਰਦੇ ਆ ਤੇ ਉਹਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਮੈਂ ਕਿਹੜੇ ਟਾਈਮ ਕਿਹੜੀ ਗੱਲ ਕਹਿਣੀ ਹੈ। ਜਿਹੜੇ ਟਵੀਟ ਦੀ ਤੁਸੀਂ ਗੱਲ ਕਰਦੇ ਹੋ, ਉਹ ਟਵੀਟ ਉਹਨੇ ਲਿਖਿਆ ਵੀ ਹਾਂ ਵੀ ਮੈਨੂੰ ਜੇ ਤੁਸੀਂ ਨਹੀਂ ਗੋਲੀਆਂ ਦਿੱਤੀਆਂ ਜਾਂ ਆਹ ਜਿਹੜਾ ਮਾਲ ਨਹੀਂ ਦਿੱਤਾ ਤੇ ਆਹ ਤੁਹਾਡੇ ਤੇ ਫਿਰ ਅਸੀਂ ਦੇਖ ਲਓ ਕੀ ਕਰ ਲਾਂਗੇ। ਫਿਰ ਉਹਨੂੰ ਲੱਗਿਆ ਕਿ ਜਦੋਂ ਕਿਸੇ ਨੇ ਦੱਸਤਾ ਹੋਣਾ, ਸਲਾਹ ਦਿੱਤੀ ਹੋਣੀ ਵੀ ਨਹੀਂ ਇੱਦਾਂ ਨਹੀਂ ਕੰਮ ਹੁੰਦੇ ਜਿੱਦਾਂ ਤੂੰ ਕਰਦਾ ਹੈ। ਫਿਰ ਦੂਸਰੇ ਬੰਨੇ ਉਹ ਕਿਹਾ ਵੀ ਕਹਿੰਦਾ ਸਾਡੀ ਤਾਂ ਬੜੀ ਦੋਸਤੀ ਆ, ਸਾਨੂੰ ਤਾਂ ਕਿਤੇ ਅਸੀਂ ਇੱਕ ਦੂਸਰੇ ਤੋਂ ਬਿਨਾਂ ਰਹਿ ਨਹੀਂ ਸਕਦੇ। ਤੇ ਉਹ ਇੱਕ ਹਿਸਾਬ ਹੈ ਕਿ ਉਹ ਸੰਕੀ ਹੈ, ਸ਼ਾਇਦ ਉਹਦੀ ਸਟੇਟਮੈਂਟ ਜਿਹੜੀ ਹੈ ਉਹ ਇੰਨੇ ਸਟੀਕ ਤਰੀਕੇ ਨਾਲ ਨਹੀਂ ਦੇ ਸਕਦਾ। ਮੈਂ ਅੱਗੇ ਵੀ ਕਿਹਾ ਕਿ ਉਹ ਪੋਲਿਟਿਕਸ ਨਹੀਂ ਕਰ ਸਕਦਾ, ਪੋਲੀਟੀਸ਼ੀਅਨ ਨਹੀਂ ਹੈ। ਉਹਨੂੰ ਲੱਗਦਾ ਕਿ ਉਹ CEO ਹੈ ਔਰ ਉਹ ਇੱਕ ਤਰੀਕੇ ਦੇ ਨਾਲ ਉਹ ਬੰਦਾ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਫਾਸ਼ੀਵਾਦੀ ਹੈ ਜਾਂ ਇਹ ਕਹਿ ਲਓ ਕਿ ਡਿਕਟੇਟਰਾਨਾ ਜਿਹੜੀਆਂ ਰੁਚੀਆਂ ਆ ਉਹਦੇ ਵਿੱਚ ਬਹੁਤ ਜ਼ਿਆਦਾ ਦਿਖਦੀਆਂ ਨੇ। ਜੀ ਸੋ ਵਾਕਈ ਇਸ ਤੋਂ ਇਲਾਵਾ ਵੀ ਹੋਰ ਸਾਰੇ ਕਾਫੀ ਸਾਰੇ ਜਿਹੜੇ
ਕੰਮ ਨੇ ਟਰੰਪ ਸਾਹਿਬ ਨੇ ਆਪਣੀ ਹਕੂਮਤ ਦੇ ਸਮੇਂ ਕੀਤੇ, ਜਿਵੇਂ ਕਿ ਸਪੈਸ਼ਲੀ ਗੱਲ ਕੀਤੀ ਜਾਵੇ ਤਾਂ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕਾਫੀ ਵਾਰ ਆਪਣੀ ਟੰਗ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਮੈਕਸੀਕੋ ਤੋਂ ਜਿਹੜੇ ਲੋਕੀ ਆਏ ਨੇ ਉੱਥੇ ਪਨਾਹ ਲੈ ਰਹੇ ਨੇ ਸੀਗੇ, ਉਹਨਾਂ ਨੂੰ ਅਮਰੀਕਾ ਜਿਹੜੀ ਉਹਨਾਂ ਨੇ ਗੁਹਾਰ ਲਾਈ ਸੀ ਕਿ ਸਾਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਦਿੱਤੀ ਜਾਵੇ ਜਾਂ ਫਿਰ ਅਮਰੀਕਾ ਵਿੱਚ ਸਾਨੂੰ ਵੜਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਟਰੰਪ ਸਾਹਿਬ ਨੇ ਉਹਨਾਂ ਨੂੰ ਵੀ ਬੰਦ ਕੇ ਰੱਖਿਆ। ਉਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀ ਮੁਸਲਿਮ ਕੰਟਰੀ ਨੂੰ ਬੰਦ ਕੇ ਰੱਖਿਆ। ਜੇਕਰ ਗੱਲ ਕਰਾਂ H1B ਵੀਜ਼ਾ, ਉਹਨਾਂ ਨੂੰ ਵੀ ਕਾਫੀ ਰੋਕ ਕੇ ਰੱਖਿਆ। ਪਰ ਬਾਈਡਨ ਸਾਹਿਬ ਜਿਹੜੇ ਨਵੇਂ ਰਾਸ਼ਟਰਪਤੀ ਨੇ, ਉਹਨਾਂ ਨੇ ਆਉਂਦੇ ਹੀ ਸਾਰੇ ਜਿਹੜੇ ਕੰਮ ਜਿਹੜੇ ਟਰੰਪ ਸਾਹਿਬ ਉਹਨਾਂ ਨੇ ਕੀਤੇ ਸੀਗੇ ਉਹਨਾਂ ਨੂੰ ਪਲਟਣ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ। ਸੋ ਹੁਣ ਖਬਰ ਆ ਰਹੀ ਹੈ ਕਿ ਬਾਈਡਨ ਪ੍ਰਸ਼ਾਸਨ ਜਿਹੜੇ ਨੇ ਉਹ 25,000 ਲੋਕਾਂ ਨੂੰ ਅਮਰੀਕਾ ਆਉਣ ਦੀ ਜਿਹੜੀ ਇਜਾਜ਼ਤ ਹੈ ਉਹ ਬੜੀ ਜਲਦ ਦੇ ਸਕਦਾ ਹੈ। ਸਿਰਫ 25,000 ਨਹੀਂ, ਹੋਰ ਵੀ ਕਾਫੀ ਸਾਰੇ ਲੋਕਾਂ ਨੂੰ ਅਲੱਗ-ਅਲੱਗ ਕੈਟੇਗਰੀਜ਼ ਦੇ ਅੰਡਰ ਜੋ ਕਿ ਅਮਰੀਕਾ ਵਿੱਚ ਜਾਣਾ ਚਾਹੁੰਦੇ ਨੇ। ਕਿਉਂਕਿ ਖੈਰ ਸਾਹਿਬ ਮੈਂ ਗੱਲ ਕਰ ਰਿਹਾ ਸੀਗਾ ਆਪਣੇ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅਮਰੀਕਾ ਇੱਕ ਕੱਲਾ ਅਜਿਹਾ ਮੁਲਕ ਹੈ ਜਿੱਥੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਇਕੱਲੇ ਅਮਰੀਕੀ ਨਹੀਂ ਨੇ, ਪੂਰੀ ਦੁਨੀਆ ਦੇ ਲੋਕ ਜਿਹੜੇ ਨੇ ਉਹ ਮਾਈਗ੍ਰੇਟ ਹੋ ਕੇ ਅਮਰੀਕਾ ਜਾ ਕੇ ਵਸਦੇ ਨੇ। ਤੇ ਸਭ ਤੋਂ ਜਿਹੜਾ ਫੇਵਰੇਟ ਉਹਨਾਂ ਦਾ ਦੇਸ਼ ਹੈ ਉਹ ਅਮਰੀਕਾ ਹੀ ਹੈ। ਭਾਵੇਂ ਤੁਸੀਂ ਜਿਹੜੀ ਮਰਜ਼ੀ ਨਸਲ ਲੈ ਲਓ, ਜਿਹੜਾ ਮਰਜ਼ੀ ਰੰਗ ਲੈ ਲਓ, ਜਿਹੜਾ ਮਰਜ਼ੀ ਕਲਰ ਲੈ ਲਓ, ਜਿਹੜੀ ਮਰਜ਼ੀ ਬੋਲੀ ਲੈ ਲਓ, ਤੁਹਾਨੂੰ ਅਮਰੀਕਾ ਵਿੱਚ ਮੌਜੂਦ ਮਿਲੇਗੀ। ਪੰਜਾਬੀਆਂ ਤੋਂ ਲੈ ਕੇ ਤੁਸੀਂ ਭਾਵੇਂ ਮੈਂ ਕੀਨੀਆ ਦੀ ਗੱਲ ਕਰ ਲਾਂ, ਭਾਵੇਂ ਵੈਸਟ ਇੰਡੀਜ਼ ਦੀ ਗੱਲ ਕਰ ਲਾਂ, ਸਾਊਥ ਅਫਰੀਕਾ ਦੀ ਗੱਲ ਕਰ ਲਾਂ, ਹਰ ਇੱਕ ਜਿਹੜਾ ਮੈਂ ਕਹਿੰਦਾ ਜਿਹੜਾ ਪ੍ਰਾਂਤ ਦੇ ਲੋਕ ਨੇ, ਹਰ ਇੱਕ ਦੇਸ਼ ਦੇ ਭਾਂਤ ਦੇ ਲੋਕ ਜਿਹੜੇ ਨੇ ਉਹ ਅਮਰੀਕਾ ਵਿੱਚ ਆ ਕੇ ਰਹਿਣਾ ਚਾਹੁੰਦੇ ਨੇ। ਕਿਉਂਕਿ ਉੱਥੇ ਦਾ ਜਿਹੜਾ ਸਿਸਟਮ ਹੈ, ਕਿਉਂਕਿ ਆਪਾਂ ਖੁਦ ਹਿਸਾਬ ਲਗਾ ਸਕਦੇ ਹਾਂ ਕਿ ਇੱਥੇ ਲੋਕ ਇੰਨਾ ਇਕੁਅਲ ਹੈ। ਅਮਰੀਕਾ ਦੇ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਵਰਗੇ ਇਨਸਾਨ ਨੂੰ ਉੱਥੇ ਇੰਪੀਚਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ। ਕੋਈ ਵੀ ਜਿਹੜਾ ਬੰਦਾ ਹੈ ਉਹ ਲਾਈਨ ਵਿੱਚ ਲੈ ਕੇ ਆਪਣਾ ਸਾਰੇ ਕੰਮ ਕਰਦਾ। ਸੋ ਅਮਰੀਕਾ ਜਿਹੜਾ ਹੈ ਹਮੇਸ਼ਾ ਹਰ ਇੱਕ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਇੱਕ ਨਵੀਂ ਐਗਜ਼ਾਮਪਲ ਸੈੱਟ ਕਰਦਾ ਹੈ। ਇਹੀ ਕਾਰਨ ਹੈ ਕਿ ਹਰ ਇੱਕ ਜਿਹੜਾ ਵਰਗ ਦਾ ਇਨਸਾਨ ਜਿਹੜਾ ਹੈ ਉਹ ਅਮਰੀਕਾ 'ਚ ਜਾ ਕੇ ਸੈੱਟ ਹੋਣਾ ਚਾਹੁੰਦਾ ਹੈ। ਇੱਕ ਡ੍ਰੀਮ ਕੰਟਰੀ ਹੈ ਐਂਡ ਮਾਈਗ੍ਰੈਂਟ ਕੰਟਰੀ ਹੈ। ਸੋ ਉਸ ਮਾਈਗ੍ਰੇਟ ਵਰਗੀ ਕੰਟਰੀ ਦੇ ਲਈ ਜਿੱਥੇ ਹਰ ਕੋਈ ਲੋਕ, ਹਜੇ ਵੀ ਕਾਫੀ ਸਾਰੇ ਲੋਕ ਜਾਣਾ ਚਾਹੁੰਦੇ ਨੇ। ਸੋ ਬਾਈਡਨ ਪ੍ਰਸ਼ਾਸਨ ਲਗਾਤਾਰ ਇਮੀਗ੍ਰੇਂਟਸ ਲਈ ਕਾਫੀ ਸਾਰੇ ਕੰਮ ਕਰ ਰਿਹਾ ਹੈ। ਚਾਹੇ ਨਵੇਂ ਪੁਆਇੰਟ ਸਿਸਟਮ ਦੀ ਗੱਲ ਕੀਤੀ ਹੋਵੇ, ਚਾਹੇ ਦੁਬਾਰਾ ਤੋਂ ਜਿਹੜਾ ਲੋਟਰੀ ਸਿਸਟਮ ਉਸ ਨੂੰ ਬਹਾਲ ਕਰਨ ਦੀ ਗੱਲ ਕੀਤੀ ਹੋਵੇ। ਸੋ ਬਾਈਡਨ ਰੈਗੂਲਰਲੀ ਟਰੰਪ ਨੇ ਜਿਹੜੇ ਵੀ ਕੰਮ ਕੀਤੇ ਸੀਗੇ ਉਹਨਾਂ ਦੇ ਅੰਗੇਂਸਟ ਕਹਿ ਲਈਏ ਜਾਂ ਫਿਰ ਇੱਕ ਵਧੀਆ ਡਾਇਰੈਕਸ਼ਨ ਵਿੱਚ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਬਿਲ ਚਲੋ ਬਾਈਡਨ ਸਾਹਿਬ ਦੇ ਸਾਹਮਣੇ ਵੀ ਬਹੁਤ ਸਾਰੀਆਂ ਚੁਣੌਤੀਆਂ ਨੇ। ਕੱਲ ਕੈਲੀਫੋਰਨੀਆ ਦਾ ਜਿਹੜਾ ਐਥਨਿਕ ਡਾਟਾ ਹੈ ਕੋਵਿਡ ਨੂੰ ਲੈ ਕੇ ਉਹ ਵੀ ਜਿਹੜਾ ਹੈ ਬਹਾਲ ਕੀਤਾ ਗਿਆ ਤੇ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਜਿਹੜੇ ਬਲੈਕ ਚਮੜੀ ਵਾਲੇ ਨੇ ਉਹਨਾਂ ਦੇ ਨਾਲ ਬਹੁਤ ਹੀ ਧੱਕਾ ਹੋ ਰਿਹਾ। ਜੀ ਤਕਰੀਬਨ ਉਹ ਕਹਿੰਦੇ ਜੀ ਕਿ 2% ਜਿਹੜੇ ਆ ਸਾਨੂੰ ਪਹਿਲਾ ਸ਼ਾਟ ਜਿਹੜਾ ਹਾਲੇ ਤੱਕ ਮਿਲਿਆ। ਜਿੱਥੇ ਗੋਰਿਆਂ ਨੂੰ ਗੱਲ ਕਹਿ ਲਈਏ, ਜਿਹੜੇ ਕਿ ਗੋਰੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਮੂਲ ਵਾਸੀ ਆ, ਉਹਨਾਂ ਨੂੰ 33% ਮਿਲਿਆ। ਸੋ ਇੱਕ ਤਰੀਕੇ ਦੇ ਨਾਲ ਇਹ ਵੱਡੀ ਡਿਸਪੈਰਿਟੀ ਆ ਜਿਹੜੀ ਸਾਹਮਣੇ ਆਈ ਹੈ ਇੱਕ ਐਥਨਿਕ ਗਰੁੱਪਸ ਦੇ ਵਿੱਚ ਜਿਹੜੀ ਹੈ ਜਿਹੜਾ ਡਾਟਾ ਸ਼ਾਮਿਲ ਹੋਇਆ। ਕੈਲੀਫੋਰਨੀਆ ਜਿਹੜਾ ਐਥਨਿਕ ਗਰੁੱਪ ਦੇ ਵਿੱਚ ਕਿੰਨੀਆਂ ਸਟੇਟਸ ਆਉਂਦੀਆਂ ਨੇ ਜੀ, ਔਰ ਇਹ ਡਾਟਾ ਜਿਹੜਾ ਇੱਕ ਤਰੀਕੇ ਦੇ ਨਾਲ ਬਾਕੀ ਸਟੇਟਾਂ ਦਾ ਵੀ ਹਾਲ ਦੱਸਦਾ ਹੈ ਕਿ ਕੁਝ ਇਦਾਂ ਦਾ ਹੈ। ਟਰੰਪ ਸਾਹਿਬ ਉਹ ਟੀਕਾ ਭਰ ਕੇ ਲਾ ਗਏ ਨੇ ਜਿਹੜਾ ਅਸੀਂ ਕਹਿੰਦੇ ਆ ਕਿ ਨਸਲਕੁਸ਼ੀ ਦਾ ਆ ਜਾਂ ਰੇਸਿਜ਼ਮ ਦਾ ਜਿਹੜਾ ਇੱਕ ਟੀਕਾ ਆ, ਉਹ ਹੁਣ ਬਾਰ-ਬਾਰ ਉੱਠ ਰਿਹਾ ਹੈ ਔਰ ਅਮਰੀਕਾ ਨੂੰ ਤੰਗ ਵੀ ਕਰ ਰਿਹਾ ਹੈ। ਔਰ ਇਹ ਇੱਕ ਤਰੀਕੇ ਦੇ ਨਾਲ ਪ੍ਰਤੱਖ ਹੈ ਜਿਹੜਾ ਕੈਲੀਫੋਰਨੀਆ ਦਾ ਡਾਟਾ ਸਾਡੇ ਸਾਹਮਣੇ ਆਉਂਦਾ ਹੈ। ਸੋ ਬਾਕੀ ਖੈਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਟਰੰਪ ਸਾਹਿਬ ਨੇ ਜੋ ਜ਼ਹਿਰ ਘੋਲਿਆ ਕਹਿ ਸਕਦੇ ਹਾਂ ਜਾਂ ਫਿਰ ਜਿਹੜੀਆਂ ਚੀਜ਼ਾਂ ਉਹਨਾਂ ਨੇ ਸਿਖਾਉਣ ਦੀ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕੁਝ ਕੁ ਤਬਕੇ ਨੂੰ, ਉਹ ਵਾਕਈ ਉਸ ਸਿਸਟਮ ਤੋਂ ਬਾਹਰ ਆਉਣ ਲਈ ਲੋਕਾਂ ਨੂੰ ਸਮਾਂ ਜ਼ਰੂਰ ਲੱਗੇਗਾ। ਕਿਉਂਕਿ ਅਗਰ ਥੋੜਾ ਜਿਹਾ ਆਪਾਂ ਕੰਪੈਰੀਜ਼ਨ ਕਰੀਏ ਭਾਰਤ ਦੇ ਨਾਲ, ਤੇ ਜਿੰਨਾ ਮਰਜ਼ੀ ਕਹਿ ਦਈਏ ਕਿ ਇੱਥੇ ਜੀ ਹਿੰਦੂ, ਮੁਸਲਿਮ, ਸਿੱਖ, ਈਸਾਈ ਚਾਰੋਂ ਭਾਈ ਨੇ, ਪਰ ਲੋਕਾਂ ਦੇ ਵਿੱਚ ਬਾਰ-ਬਾਰ ਚਾਹੇ ਸਰਕਾਰਾਂ ਵੱਲੋਂ ਕਹਿ ਲਈਏ ਤੇ ਚਾਹੇ ਗੋਦੀ ਮੀਡੀਆ ਵੱਲੋਂ ਕਹਿ ਲਓ, ਲੋਕਾਂ ਦੇ ਦਿਮਾਗ ਦੇ ਵਿੱਚ ਨਾ ਜ਼ਹਿਰ ਘੋਲਿਆ ਜਾਂਦਾ ਕਿ ਨਹੀਂ ਯਾਰ ਉਹ ਜਿਹੜਾ ਦੂਸਰਾ ਧਰਮ ਦੇ ਲੋਕ ਨੇ ਨਾ ਉਹ ਤੁਹਾਡੇ ਧਰਮ ਨਾਲ ਮਾੜਾ ਕਰ ਰਹੇ ਨੇ, ਆਹ ਕਰ ਰਹੇ ਨੇ। ਸੋ ਹਾਲੇ ਵੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਧਰਮਾਂ ਵਿੱਚ ਵੰਡੇ ਹੋਏ ਆ, ਅਗਰ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਰੰਗਾਂ ਵਿੱਚ ਵੰਡੇ ਹੋਏ ਆ। ਸੋ ਜਿੰਨੀ ਦੇਰ ਤੱਕ ਸਾਰੇ ਜਿਹੜੇ ਲੋਕ ਨੇ ਇਸ ਚੀਜ਼ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਨਹੀਂ ਕਰਦੇ, ਉਦੋਂ ਤੱਕ ਕੋਈ ਵੀ ਜਿਹੜਾ ਦੇਸ਼ ਹੈ ਉਹ ਖੁਸ਼ਹਾਲ ਕਹਿ ਲਈਏ ਜਾਂ ਭਾਵੇਂ ਕਹਿ ਲਈਏ ਕਿ ਆਪਾਂ ਪ੍ਰੋਗਰੈਸਿਵ ਵੇ ਦੇ ਵਿੱਚ ਅੱਗੇ ਨਹੀਂ ਵੱਧ ਸਕਦਾ। ਸੋ ਅਸੀਂ ਹੁਣ ਅੱਗੇ ਵੱਧਦੇ ਹਾਂ ਤੇ ਸਮਾਂ ਹੋ ਜਾਏਗਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲ ਕਰਦੇ ਹਾਂ। ਤੁਸੀਂ ਦੇਖਦੇ ਰਹੋ ਪ੍ਰੋਗਰਾਮ ਮੁੱਦਾ। ਤੂੰ ਨਿੱਕੀ ਨਿੱਕੀ ਗੱਲ ਤੇ ਲੜਦਾ ਏ, ਮੈਨੂੰ ਪਰੇਸ਼ਾਨ ਤੂੰ ਕਰਦਾ ਏ, ਗਲਤੀਆਂ ਆਪੇ ਕਰ ਕੇ ਦੋਸ਼ ਮੇਰੇ ਤੇ ਤਰਦਾ ਏ। ਕਦੋਂ ਦੀ ਛੱਡ ਜਾਂਦੀ ਤੈਨੂੰ, ਮੈਂ ਦਿਲ ਚੋਂ ਕੱਢ ਜਾਂਦੀ ਤੈਨੂੰ, ਹਰ ਵਾਰੀ ਮੈਂ ਤਾਂ ਦਿਲ ਹੱਥੋਂ ਮਰਦੀ ਆਂ। ਵੇ ਮੈਂ ਤੈਨੂੰ ਪਿਆਰ ਕਰਦੀ ਆਂ, ਤਾਈਓ ਤੇਰੇ ਨਖਰੇ ਜਲਦੀ ਆਂ। ਰੀਅਲ ਏਸਟੇਟ ਤੇ ਮੌਰਟਗੇਜ ਦੀ ਦੁਨੀਆ ਵਿੱਚ ਇੱਕ ਭਰੋਸੇਮੰਦ ਨਾਮ ਜ਼ੈਂਡਰ ਮੌਰਟਗੇਜ ਤੇ ਰੀਅਲ ਏਸਟੇਟ ਦੇ ਮੋਹਨ ਚੀਮਾ ਤੇ ਉਹਨਾਂ ਦਾ ਤਜਰਬੇਕਾਰ ਸਟਾਫ ਤੁਹਾਨੂੰ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਉਹਨਾਂ ਕੋਲੋਂ ਘਰ ਖਰੀਦ ਸਕਦੇ ਹੋ, ਵੇਚ ਸਕਦੇ ਹੋ ਜਾਂ ਘਰ ਦੀ ਮੌਰਟਗੇਜ ਕਰਾ ਸਕਦੇ ਹੋ ਜਾਂ ਫਿਰ ਆਪਣੇ ਘਰ ਨੂੰ ਰੀਫਾਈਨਾਂਸ ਵੀ ਕਰਾ ਸਕਦੇ ਹੋ। ਇਸ ਦੇ ਨਾਲ ਕਮਰਸ਼ੀਅਲ ਤੇ ਫਾਰਮਿੰਗ ਦੀ ਰੀਅਲ ਏਸਟੇਟ ਤੇ ਇਹ ਲੋਨ ਵੀ ਕਰਾਉਂਦੇ ਨੇ। ਅੱਜ ਹੀ ਕਾਲ ਕਰੋ ਬ੍ਰੋਕਰ ਮੋਹਨ ਚੀਮਾ ਨੂੰ। ਫੋਨ 559 825 5555 555982555555।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਗੱਲ ਤਾਂ ਅਮਰੀਕਾ ਦੀ ਤਾਂ ਕਰ ਲਈ, ਪਰ ਅਮਰੀਕਾ ਤੋਂ ਬਾਅਦ ਹੁਣ ਕੱਲ ਜਿਹੜੀ ਹਰਿਆਣੇ ਦੇ ਵਿੱਚ ਮਹਾਪੰਚਾਇਤ ਹੋਈ ਹੈ ਉਹਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ। ਜੀ ਬਾਕੀ ਜਿਹੜੀ ਮਹਾਪੰਚਾਇਤ ਹੈ ਉਸ ਦਾ ਜਿਹੜਾ ਮੇਨ ਮੁੱਖ ਚਿਹਰਾ ਹੈ ਉਹ ਰਾਕੇਸ਼ ਟਕੈਤ ਹੈ। ਭਾਵੇਂ ਮਹਾਪੰਚਾਇਤ ਕਿਤੇ ਵੀ ਹੋਵੇ, ਰਾਕੇਸ਼ ਟਕੈਤ ਇੱਕ ਅਜਿਹਾ ਫੇਸ ਬਣ ਚੁੱਕਾ ਹੈ ਕਿ ਲੋਕੀ ਉਸ ਨੂੰ ਵੇਖਣਾ ਚਾਹੁੰਦੇ ਨੇ। ਲੋਕੀ ਈਵਨ ਉਸ ਦੇ ਸਟicker ਬਣ ਚੁੱਕੇ ਨੇ ਖਹਿਰਾ ਸਾਹਿਬ ਤੇ ਕਿ ਆਈ ਸਪੋਰਟ ਟਕੈਤ। ਸੋ ਉਹ ਸਟicker ਜਿਹੜੇ ਨੇ ਗੱਡੀਆਂ ਉੱਤੇ ਲੱਗ ਰਹੇ ਨੇ, ਆਈ ਸਪੋਰਟ ਫਾਰਮਰਸ ਤੇ ਵੀ ਸਟicker ਜਿਹੜੇ ਨੇ ਉਹ ਲੱਗ ਰਹੇ ਨੇ। ਸੋ ਟਕੈਤ ਨੂੰ ਹਰ ਕੋਈ ਦੇਖਣਾ ਚਾਹੁੰਦਾ, ਟਕੈਤ ਨਾਲ ਫੋਟੋ ਖਿਚਾਉਣਾ ਚਾਹੁੰਦਾ। ਰੀਸੈਂਟਲੀ ਬੱਬੂ ਮਾਨ ਸਾਹਿਬ ਵੀ ਉੱਥੇ ਗਏ, ਗਾਜ਼ੀਪੁਰ ਗਏ, ਉੱਥੇ ਰਾਕੇਸ਼ ਟਕੈਤ ਨਾਲ ਗੱਲਬਾਤ ਕੀਤੀ। ਉੱਥੇ ਵੀ ਉਹਨਾਂ ਨੇ ਵੀ ਜੋਸ਼ ਭਰਿਆ ਕਿਸਾਨਾਂ ਦੇ ਵਿੱਚ, ਲੋਕਾਂ ਦੇ ਵਿੱਚ ਕਿ ਜਿਹੜਾ ਹੜ੍ਹ ਹੈ ਉੱਥੇ ਜਿਹੜਾ ਆ ਰਿਹਾ ਨਾ ਉਹ ਘਟਣਾ ਨਹੀਂ ਚਾਹੀਦਾ। ਤੁਸੀਂ ਗੱਲ ਕੀਤੀ ਮਹਾਪੰਚਾਇਤ ਦੀ, ਤੇ ਮਹਾਪੰਚਾਇਤ ਵਿੱਚ ਰਾਕੇਸ਼ ਟਕੈਤ ਜੋ ਬੋਲਦੇ ਨੇ ਉਹ ਸੁਰਖੀਆਂ ਬਣਿਆ ਹੁੰਦਾ ਕਿ ਹਾਂ ਵੀ ਅੱਜ ਆਹ ਰਾਕੇਸ਼ ਟਕੈਤ ਨੇ ਬੋਲਿਆ ਸਰਕਾਰ ਉੱਪਰ ਆ, ਉਹਨਾਂ ਨੇ ਹਮਲਾ ਕੀਤਾ। ਉਹਨਾਂ ਨੇ ਗੱਲਾਂ ਬੜੀਆਂ ਸਾਫ਼ ਕਹੀਆਂ, ਕਹਿੰਦੇ ਅਸੀਂ ਨਾ ਤਾਂ ਪਹਿਲਾਂ ਮੰਗੇ ਸੀਗੇ ਕਾਨੂੰਨ ਜਿਹੜੇ ਤੁਸੀਂ ਸਾਨੂੰ ਬਿਨਾਂ ਬੋਲੇ ਦੇ ਦਿੱਤੇ ਨੇ, ਉਸ ਤੋਂ ਇਲਾਵਾ ਜੇ ਦਿੱਤੇ ਨੇ ਤਾਂ ਇਹਨਾਂ ਵਿੱਚ ਆਹ ਚੀਜ਼ਾਂ ਜ਼ਰੂਰੀ ਨੇ ਜੋ ਕਿ ਤੁਸੀਂ ਦੁਬਾਰਾ ਬਣਾ ਸਕਦੇ ਹੋ, ਰੀਅਪੀਲ ਕਰ ਸਕਦੇ ਹੋ। ਪਰ ਰਾਕੇਸ਼ ਟਕੈਤ ਉੱਪਰ ਬਾਰ-ਬਾਰ ਹਮਲਾ ਬੋਲਿਆ ਜਾ ਰਿਹਾ ਹੈ ਗੋਦੀ ਮੀਡੀਆ ਵੱਲੋਂ ਕਿ ਤੁਸੀਂ ਜੀ ਆਹ ਚੀਜ਼ ਵੰਡੇ ਹੋਏ ਹੋ ਜੀ, ਤੁਸੀਂ ਜਿਹੜਾ ਧਰਨਾ ਹੈ ਸਿਰਫ ਤੋਂ ਸਿਰਫ ਪੰਜਾਬੀ ਜਾਂ ਹਰਿਆਣਾ ਲੋਕੀ ਦੇ ਜਿਹੜੇ ਨੇ ਉਹ ਕਰ ਰਹੇ ਨੇ। ਸੋ ਰਾਕੇਸ਼ ਟਕੈਤ ਦਾ ਮੈਸੇਜ ਲਾਊਡ ਐਂਡ ਕਲੀਅਰ ਜਾ ਰਿਹਾ ਹੈ ਕਿ ਸਿਰਫ ਪੰਜਾਬ ਜਾਂ ਹਰਿਆਣਾ ਦੇ ਲੋਕ ਹੀ ਇਸ ਅੰਦੋਲਨ ਨੂੰ ਨਹੀਂ ਕਰ ਰਹੇ, ਪੂਰੇ ਭਾਰਤ ਦੇ ਲੋਕ ਕਰ ਰਹੇ ਨੇ। ਇਹੀ ਕਰ ਰਹੇ ਨੇ ਕਿ ਯੂਪੀ ਵਿੱਚ ਵੀ ਕਾਫੀ ਸਾਰਾ ਲੋਕ ਜਿਹੜਾ ਨੇ ਇਕੱਠਾ ਹੋ ਰਿਹਾ, ਮਹਾਰਾਸ਼ਟਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਉੱਥੇ ਵੀ ਮਹਾਪੰਚਾਇਤ ਹੋ ਰਹੀ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਸਾਊਥ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਵੀ ਕਾਫੀ ਸਾਰਾ ਲੋਕ ਜਿਹੜਾ ਤਬਕਾ ਹੈ ਉਹ ਉਸ ਪ੍ਰੋਟੈਸਟ ਕਰ ਰਿਹਾ। ਬਟ ਉਹ ਗੱਲ ਵੱਖਰੀ ਹੈ ਕਿ ਸਾਡਾ ਜਿਹੜਾ ਗੋਦੀ ਮੀਡੀਆ ਉਸ ਉੱਪਰ ਇੰਨੀ ਲਾਈਮਲਾਈਟ ਵਿੱਚ ਉਸਨੂੰ ਨਹੀਂ ਲੈ ਕੇ ਆਉਂਦਾ। ਪਰ ਹਰ ਇੱਕ ਭਾਰਤ ਦੇ ਹਰ ਇੱਕ ਸਟੇਟ ਦੇ ਜਿਹੜੇ ਵੀ ਕਿਸਾਨ ਜਿਹੜੇ ਨੇ ਉਹ ਰੈਗੂਲਰ ਇਸ ਮੁੱਦੇ ਉੱਪਰ ਲੜ ਰਹੇ ਨੇ, ਆਪਣੀਆਂ ਆਵਾਜ਼ਾਂ ਨੂੰ ਬੁਲੰਦ ਕਰ ਰਹੇ ਨੇ। ਮਹਾਪੰਚਾਇਤ ਦਾ ਸਿਲਸਿਲਾ ਜਿੱਥੇ ਜਿੱਥੇ ਜਾਏਗਾ ਉੱਥੇ ਹੋਰ ਕਾਫਲਾ ਜਿਹੜਾ ਹੈ ਉਹ ਜੁੜਦਾ ਜਾਵੇਗਾ। ਦੇਖੋ, ਕਾਫਲੇ ਦੀ ਗੱਲ ਕੀਤੀ ਹੈ ਤੇ ਕਾਫਲਾ ਹੁਣ ਬਹੁਤ ਵੱਡਾ ਹੋ ਗਿਆ। ਹਰ ਜਿਹੜਾ ਸਟੇਟ ਹੈ ਉਹ ਕਿਤੇ ਨਾ ਕਿਤੇ ਜੁੜਦਾ ਨਜ਼ਰ ਆ ਰਿਹਾ। ਚਾਹੇ ਉਹ ਇੱਥੇ ਮਹਾਪੰਚਾਇਤ ਦੀ ਤੁਸੀਂ ਗੱਲ ਕਰ ਰਹੇ ਹੋ, ਚਾਹੇ ਉਹ ਸਟੇਟ ਦੇ ਵਿੱਚ ਮਹਾਪੰਚਾਇਤ ਹੋ ਰਹੀ ਹੈ ਚਾਹੇ ਨਹੀਂ ਹੋ ਰਹੀ, ਪਰ ਫਿਰ ਵੀ ਉਹ ਗੁਰਦੇ ਵਾਲੇ ਜਿਹੜੇ ਨੇ ਉਹ ਟ੍ਰੇਨਾਂ ਲੈ ਕੇ, ਆਪਣੀਆਂ ਗੱਡੀਆਂ ਲੈ ਕੇ, ਕਈ ਮੋਟਰਸਾਈਕਲ ਤੇ ਕਈ ਸਾਈਕਲਾਂ ਦੇ ਉਹ ਪਹੁੰਚ ਰਹੇ ਨੇ ਸਿੰਘੂ ਬਾਰਡਰ ਦੇ ਉੱਤੇ, ਟਿਕਰੀ ਬਾਰਡਰ ਦੇ ਉੱਤੇ ਔਰ ਗਾਜ਼ੀਪੁਰ ਬਾਰਡਰ ਦੇ ਉੱਤੇ। ਪਹਿਲਾਂ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ ਸਾਨੂੰ ਪਤਾ ਸੀ ਸਾਰੇ ਸਿੰਘੂ ਬਾਰਡਰ ਤੇ ਪਹੁੰਚਦੇ ਸੀਗੇ। ਹੁਣ ਤੁਸੀਂ ਜਿਵੇਂ ਕਿਹਾ ਕਿ ਰਾਕੇਸ਼ ਟਕੈਤ ਮੇਨ ਹੀਰੋ ਬਣ ਗਿਆ, ਉਹਦੇ ਨਾਂ ਦੇ ਸਟicker ਵੀ ਛਪ ਗਏ ਨੇ। ਹੁਣ ਹਰ ਕੋਈ ਗਾਜ਼ੀਪੁਰ ਬਾਰਡਰ ਤੇ ਜਾਣਾ ਚਾਹੁੰਦਾ। ਉਹ ਕਹਿੰਦੇ ਇੱਕ ਵਾਰ ਦੇਖਤੇ ਲਈਏ ਵੀ ਇਹ ਕਿਹੜਾ ਬੰਦਾ ਹੈ ਜਿਹਨੇ ਸੰਘਰਸ਼ ਦੇ ਵਿੱਚ ਜਾਨ ਫੂਕ ਦਿੱਤੀ ਹੈ। ਕਈ ਮੇਰੇ ਵਰਗੇ ਵੀ ਚਲੇ ਜਾਂਦੇ ਨੇ ਕਿ ਬਈ ਦੇਖਣਾ ਤਾਂ ਬਣਦਾ ਆ, ਕਿਉਂਕਿ ਇਹ ਬਹੁਤ ਜ਼ਰੂਰੀ ਹੋ ਗਿਆ ਉਸ ਸੰਘਰਸ਼ ਨੂੰ ਸੁਰਜੀਤ ਕਰਨਾ। ਔਰ ਉਸ ਤੋਂ ਬਾਅਦ ਅੱਜ ਜਿਹੜੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਨੇ ਉਹ ਇੱਕ ਬਹੁਤ ਵੱਡੀ ਗੱਲ ਕਹਿੰਦੀਆਂ ਨੇ। 26 ਜਨਵਰੀ ਤੋਂ ਬਾਅਦ ਸਾਨੂੰ ਲੱਗਦਾ ਸੀ ਕਿ ਹੁਣ ਇਹਨਾਂ ਦੇ ਵਿੱਚ ਦਰਾਰ ਪੈ ਗਈ ਹੈ, ਸੰਯੁਕਤ ਮੋਰਚਾ ਹੁਣ ਟੁੱਟੇਗਾ ਹੀ ਟੁੱਟੇਗਾ। ਪਰ ਫਿਰ ਜਦੋਂ ਹੁਣ 26 ਜਨਵਰੀ ਤੋਂ ਬਾਅਦ ਲਗਾਤਾਰ ਮਹਾਪੰਚਾਇਤਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਹਰ ਮਹਾਪੰਚਾਇਤ ਦੀ ਸਟੇਜ ਤੋਂ ਹਰ ਜਿਹੜਾ ਕਿਸਾਨ ਜਥੇਬੰਦੀ ਦਾ ਆਗੂ ਆ ਉਹ ਇਹ ਕਹਿੰਦਾ ਕਿ ਅਸੀਂ ਡਟੇ ਹੋਏ ਹਾਂ, ਅਸੀਂ ਸਾਰੇ ਇਕੱਠੇ ਹਾਂ ਤੇ ਅਸੀਂ ਲੜ ਕੇ ਜਿੱਤਾਂਗੇ ਔਰ ਇਸ ਜਿੱਤ ਨੂੰ ਪੰਜਾਬ ਵਿੱਚ ਲੈ ਕੇ ਜਾਂ ਹਰਿਆਣੇ ਵਿੱਚ ਲੈ ਕੇ ਮੁੜਾਂਗੇ। ਜਿਵੇਂ ਰਾਕੇਸ਼ ਟਕੈਤ ਕਹਿੰਦਾ ਸੀ ਕਿ ਜੇ ਅਸੀਂ ਜਿਹੜੀ ਯਾਤਰਾ ਹੈ ਉਹ ਹਰਿਮੰਦਰ ਸਾਹਿਬ ਨੂੰ ਕਰਾਂਗੇ, ਉਹ ਚਾਹੇ ਸਾਡੀ ਜਿੱਤ ਦੀ ਹੋਵੇ ਤੇ ਚਾਹੇ ਸਾਡੇ ਸ਼ਕਤੀ ਪ੍ਰਦਰਸ਼ਨ ਦੀ ਹੋਵੇ, ਇਦਾਂ ਦੇ ਜਿਹੜੇ ਹਾਲਾਤ ਬਣ ਰਹੇ ਨੇ। ਕੱਲ ਹਰਿਆਣੇ ਵਾਲੀ ਜਿਹੜੀ ਇੱਕ ਆਪਾਂ ਕਹਿ ਲਈਏ ਮਹਾਪੰਚਾਇਤ ਦੇ ਵਿੱਚ ਬੀਬੀਆਂ ਦੀ ਬੜੀ ਵੱਡੀ ਸ਼ਿਰਕਤ ਸੀ। ਮੈਂ ਬਹੁਤ ਸਾਰੀਆਂ ਖਬਰਾਂ ਦੇਖ ਰਿਹਾ ਸੀਗਾ ਤੇ ਹਰ ਖਬਰ ਦੇ ਵਿੱਚ ਕਿਤੇ ਨਾ ਕਿਤੇ ਬੀਬੀਆਂ ਦਾ ਜ਼ਿਕਰ ਬਹੁਤ ਹੈ। ਸੋ ਮੈਨੂੰ ਲੱਗਦਾ ਹੈ ਵੈਸੇ ਤਾਂ ਜਦੋਂ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ, ਕਿਸਾਨੀ ਦੀ ਗੱਲ ਕਰਦੇ ਹਾਂ, ਤਾਂ ਪੰਜਾਬ, ਹਰਿਆਣਾ ਔਰ ਭਾਰਤ ਦੀ ਪੂਰੇ ਦੀ ਗੱਲ ਕਰਦੇ ਹਾਂ। ਇੱਥੇ ਕਿਸਾਨੀ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਇਹਨੇ ਕਹਿ ਲਈਏ ਕਿ ਧੰਦਾ ਹੈ, ਇੱਕ ਜੀਵਨ ਜਾਂਚ ਆ ਜਿਹਦੇ ਵਿੱਚ ਹਰ ਕੋਈ ਜਿਹੜਾ ਸ਼ਾਮਲ ਹੁੰਦਾ ਹੈ, ਚਾਹੇ ਉਹ ਮਾਂ ਆ, ਚਾਹੇ ਉਹ ਭਰਾ ਆ, ਚਾਹੇ ਉਹ ਬਾਪ ਹੈ। ਔਰ ਸਭ ਤੋਂ ਵਧੀਆ ਜਿਹੜੀ ਗੱਲ ਜਿਹੜੀ ਮੈਨੂੰ ਇਹ ਲੱਗੀ ਹੈ ਕਿ ਹੁਣ ਸਾਡੀਆਂ ਜਿਹੜੀਆਂ ਔਰਤਾਂ ਨੇ ਉਹ ਵੀ ਸਾਡੀਆਂ ਰੈਲੀਆਂ ਦੇ ਵਿੱਚ ਲਗਾਤਾਰ ਸ਼ਮੂਲੀਅਤ ਕਰ ਰਹੀਆਂ ਨੇ। ਕਈ ਵਾਰ ਤਾਂ ਇੱਦਾਂ ਲੱਗਦਾ ਹੈ ਕਿ ਬਸ ਹੁਣ ਇਹਨਾਂ ਨੇ ਵੀ ਮੋਰਚਾ ਸਾਡੇ ਵਾਂਗੂ ਸੰਭਾਲ ਲੈਣਾ ਆ। ਔਰ ਇਹ ਇੱਕ ਤਰੀਕੇ ਦੇ ਨਾਲ ਬਹੁਤ ਪੋਜ਼ਿਟਿਵ ਜਿਹੜੀ ਗੱਲ ਹੈ ਉਹ ਮੈਨੂੰ ਲੱਗਦਾ ਕਿ ਸਾਹਮਣੇ ਆਉਂਦੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਔਰਤਾਂ ਦੀ, ਬੀਬੀਆਂ ਦੀ। ਜੀ ਖੈਰ ਸਾਹਿਬ, ਜੇਕਰ ਗੱਲ ਕਰੀਏ ਤੇ ਜੇਕਰ ਅੰਦੋਲਨ ਇੱਥੇ ਤੱਕ ਪਹੁੰਚਿਆ ਹੈ ਤਾਂ ਸਿਰਫ ਤੇ ਸਿਰਫ ਔਰਤਾਂ ਦੇ ਬਦੌਲਤ ਹੀ ਪਹੁੰਚਿਆ ਹੈ। ਕਿਉਂਕਿ ਅਗਰ ਮਰਦ ਪ੍ਰਧਾਨ ਅਗਰ ਦੇਸ਼ ਦੇ ਵਿੱਚ ਗੱਲ ਕਰੀਏ ਤਾਂ ਜਿਹੜੀਆਂ ਮਰਦ ਉੱਥੇ ਬੈਠੇ ਨੇ ਉਹ ਤਾਂ ਹੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਿੱਛੇ ਜਿਹੜੀ ਔਰਤਾਂ ਸਾਡੀ ਬੈਠੀਆਂ ਨੇ ਉਹ ਘਰ ਵੀ ਸੰਭਾਲ ਲੈਣਗੀਆਂ ਤੇ ਸਾਡੀ ਖੇਤੀਬਾੜੀ ਵੀ ਸੰਭਾਲ ਲੈਣਗੀਆਂ। ਹੁਣ ਗੱਲ ਵੱਖਰੀ ਹੈ ਕਿ ਹੁਣ ਮਹਾਪੰਚਾਇਤ ਦਾ ਸਿਲਸਿਲਾ ਸ਼ੁਰੂ ਹੋ ਰਿਹਾ। ਜਿਹੜੀਆਂ ਔਰਤਾਂ ਖੇਤਾਂ ਵਿੱਚ ਲਗਾਤਾਰ ਕੰਮ ਕਰ ਰਹੀਆਂ ਸਨ ਉਹ ਮਹਾਪੰਚਾਇਤ ਆ ਕੇ ਗੱਲ ਦੱਸ ਰਹੀਆਂ ਨੇ ਕਿ ਅਸੀਂ ਕਿਵੇਂ ਪਿਛਲੇ ਕਿੰਨੇ ਲੰਮੇ ਸਮੇਂ ਤੋਂ ਅਸੀਂ ਖੇਤਾਂ ਨੂੰ ਸਾਂਭ ਰਹੇ ਹਾਂ, ਘਰਾਂ ਨੂੰ ਸਾਂਭ ਰਹੇ ਹਾਂ ਤਾਂ ਅਸੀਂ ਵਾਰੋ ਵਾਰ ਅਸੀਂ ਪੂਰੇ ਅੰਦੋਲਨ ਵਿੱਚ ਆ ਕੇ ਸ਼ਾਮਲ ਵੀ ਹੋ ਰਹੇ ਹਾਂ। ਐਂਡ ਇਹੀ ਕਾਰਨ ਵੀ ਰਿਹਾ ਸੀਗਾ ਕਿ 26 ਜਨਵਰੀ ਦਾ ਦਿਨ ਜਿਹੜਾ ਸੀਗਾ ਉਹ ਕਿਹਾ ਸੀਗਾ ਕਿ ਪਹਿਲਾਂ ਔਰਤਾਂ ਜਿਹੜੀਆਂ ਨੇ ਉਸ ਦੀ ਅਗਵਾਈ ਕਰਨਗੀਆਂ। ਉਹ ਡਿਸੀਜਨ ਥੋੜਾ ਬਾਅਦ ਚੋਂ ਚੇਂਜ ਹੋ ਗਿਆ, ਬਟ ਫਿਰ ਵੀ ਔਰਤਾਂ ਸ਼ੁਰੂ ਤੋਂ ਹੀ ਜਿਹੜੇ ਮਰਦਾਂ ਦੇ ਨਾਲ ਦੇ ਬਰਾਬਰ ਜਿਹੜਾ ਪੈਰ ਰੱਖ ਕੇ ਅੱਗੇ ਵੱਧ ਰਹੀਆਂ ਨੇ ਐਂਡ ਇਸ ਅੰਦੋਲਨ ਨੂੰ ਹੋਰ ਵੱਡਾ ਕਰ ਰਹੀਆਂ ਨੇ। ਖੈਰ ਸਭ ਉਸ ਪੂਰੇ ਅੰਦੋਲਨ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੋਈ ਕਿ ਇਸ ਵਕਤ ਇਸ ਦੇਸ਼ ਵਿੱਚ ਹਰ ਇੱਕ ਵਿਅਕਤੀ ਕਿਸਾਨਾਂ ਦੀ ਗੱਲ ਕਰ ਰਿਹਾ।
ਪਿਛਲੇ 6-7 ਮਹੀਨੇ ਦੀ ਆਪਾਂ ਗੱਲ ਕਰ ਲਈਏ ਤਾਂ ਹਰ ਇੱਕ ਵਿਅਕਤੀ ਦੇ ਮੂੰਹ ਵਿੱਚ ਇੱਕੋ ਗੱਲ ਹੈ ਕਿ ਜਿਹੜੇ ਕਿਸਾਨੀ ਜਿਹੜੇ ਬਿੱਲ ਜਿਹੜੇ ਲਿਆਂਦੇ ਨੇ ਉਹ ਚੰਗੇ ਨੇ ਜਾਂ ਮਾੜੇ ਨੇ, ਉਹਨਾਂ ਨੂੰ ਕਿੰਨਾ ਨੁਕਸਾਨ ਹੋਏਗਾ, ਕਾਰਪੋਰੇਟ ਨੂੰ ਕਿਵੇਂ ਫਾਇਦਾ ਹੋਏਗਾ, ਮੰਡੀਕਰਨ ਦਾ ਕੀ ਨੁਕਸਾਨ ਹੈ, ਮੰਡੀਕਰਨ ਦਾ ਕੀ ਫਾਇਦਾ ਹੈ, MSP ਦਾ ਕੀ ਘਾਟਾ ਹੈ, MSP ਦਾ ਕੀ ਫਾਇਦਾ। ਹਰ ਇੱਕ ਇਨਸਾਨ ਜਿਸ ਨੂੰ ਇਸ ਬਾਰੇ ਕੋਈ ਨੌਲੇਜ ਹੋਵੇ ਨਾ ਹੋਵੇ ਪਰ ਉਹ ਡਿਸਕਸ਼ਨ ਕਰਨਾ ਚਾਹੁੰਦਾ, ਉਸ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਤਾਂ ਜੋ ਆਪਣਾ ਸਟੈਂਡ ਲੈ ਸਕੇ ਕਿ ਉਹ ਕਿਸਾਨਾਂ ਦੇ ਨਾਲ ਹੈ ਜਾਂ ਫਿਰ ਸਰਕਾਰਾਂ ਦੇ ਨਾਲ ਹੈ। ਚਾਹੇ ਅਸੀਂ ਗੱਲ ਕਰੀ ਮਹਾਪੰਚਾਇਤ ਦੀ, ਜਿਸ ਵਿਅਕਤੀ ਦਾ ਕਿਸਾਨੀ ਦੇ ਨਾਲ ਕੋਈ ਲਿੰਕ ਵੀ ਨਹੀਂ ਹੈ ਉਹ ਵੀ ਮਹਾਪੰਚਾਇਤ ਵਿੱਚ ਜਾ ਕੇ ਜਾਣਨਾ ਚਾਹੁੰਦਾ ਹੈ ਕਿ ਜਿਹੜੇ ਕਿਸਾਨ ਜੇਕਰ ਬੈਠੇ ਨੇ ਪਿਛਲੇ 5-6 ਮਹੀਨਿਆਂ ਤੇ ਉਹ ਕਿਉਂ ਬੈਠੇ ਨੇ। ਚਲੋ ਆਪਾਂ ਜਾਣਕਾਰੀ ਵਧਾਈਏ। ਜੇਕਰ ਰਾਜ ਸਭਾ ਦੀ ਗੱਲ ਕਰੀਏ ਤਾਂ ਉੱਥੇ ਪਹਿਲੀ ਵਾਰ ਇੱਦਾਂ ਹੋਇਆ ਕਿ ਏਡੇ ਲੰਬੇ ਸੈਸ਼ਨ ਵਿੱਚ ਸਿਰਫ ਤੇ ਸਿਰਫ ਕਿਸਾਨੀ ਦਾ ਮੁੱਦਾ ਐਡੇ ਲੰਬੇ ਸਮੇਂ ਲਈ ਚੁੱਕਿਆ ਜਾ ਰਿਹਾ ਹੋਵੇ। ਜੇਕਰ ਪੋਲਿਟਿਕਸ ਦੀ ਗੱਲ ਕਰੀਏ, ਜੇਕਰ ਇਸ ਵਕਤ ਬੰਗਾਲ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਕੁਝ ਨਗਰ ਕੌਂਸਲਾਂ ਦੇ ਚੁਣਾਵ ਹੋ ਰਹੇ ਨੇ, ਉੱਥੇ ਵੀ ਕਿਸਾਨਾਂ ਦੀ ਗੱਲ ਹੋ ਰਹੀ ਹੈ। ਸੋ ਹਰ ਜਗ੍ਹਾ ਕਿਸਾਨਾਂ ਦੀ ਗੱਲ ਹੋ ਰਹੀ ਹੈ। ਆਪਾਂ ਕਹਿ ਸਕਦੇ ਕਿ ਹਰ ਥਾਂ ਕਿਸਾਨ ਹੋਈ ਪਈ ਹੈ ਐਂਡ ਹੋਣੀ ਬਣਦੀ ਵੀ ਹੈ, ਕਿਉਂਕਿ ਕਿਸਾਨ ਜਿਹੜਾ ਹੈ ਉਹ ਨਹੀਂ ਕਹਿੰਦੇ ਸਾਨੂੰ 2 ਗੁਣਾ ਸਾਨੂੰ ਪੈਸਾ ਦਿਓ, ਸਾਡੇ ਹਰ ਇੱਕ ਚੀਜ਼ ਦਾ 2 ਗੁਣਾ ਮੁੱਲ ਦੇਵੋ। ਉਹ ਕਹਿੰਦੇ ਸਾਨੂੰ ਭਾਵੇਂ 1 ਗੁਣਾ ਹੀ ਦਿਓ ਪਰ ਚੱਜ ਨਾ ਦਿਓ। ਕਿਉਂਕਿ ਜੇਕਰ ਹੁਣੇ ਰੀਸੈਂਟਲੀ ਇਹਨਾਂ ਦਾ ਬਿਆਨ ਆਇਆ ਸੀਗਾ ਅਨੁਰਾਗ ਠਾਕੁਰ ਹੋਣਾ ਦਾ, ਕਹਿੰਦੇ ਅਸੀਂ ਤਾਂ ਜਿਹੜੀ MSP ਉਹ ਬੰਦ ਨਹੀਂ ਕਰਾਂਗੇ, ਮੰਡੀਕਰਨ ਬੰਦ ਨਹੀਂ ਕਰਾਂਗੇ। ਪਰ ਜਨਾਬ ਇੱਕ ਦੱਸੋ ਸਹੀ, ਮੰਡੀਕਰਨ ਚੱਲ ਕਿੱਥੇ ਰਿਹਾ? ਸਿਰਫ ਤੇ ਸਿਰਫ ਪੰਜਾਬ ਤੇ ਹਰਿਆਣਾ ਦੇ ਵਿੱਚ। ਬਿਹਾਰ ਵਿੱਚ ਤਾਂ ਪਹਿਲੇ ਇਹਨਾਂ ਨੇ ਮੰਡੀਕਰਨ ਸਿਸਟਮ ਬੰਦ ਕੀਤਾ ਹੋਇਆ ਤੇ ਕਹਿੰਦੇ ਅਸੀਂ ਬੰਦ ਨਹੀਂ ਕਰਾਂਗੇ। ਇਹਦਾ ਮਤਲਬ ਇਹ ਨਹੀਂ ਕਿ ਬਿਹਾਰ 'ਚ ਦੁਬਾਰਾ ਸ਼ੁਰੂ ਕਰ ਦੇਵਾਂਗੇ, ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਜਿੱਥੇ ਚੱਲ ਰਿਹਾ ਸੀ ਉੱਥੇ ਰੋਕ ਦੇਵਾਂਗੇ ਜਾਂ ਉੱਥੇ ਦੁਬਾਰਾ ਚੱਲਦੇ ਰਹਿਣ ਦੇਵਾਂਗੇ। ਸੋ ਸਿਸਟਮ ਪੂਰੇ ਭਾਰਤ ਵਿੱਚ ਇੱਕ ਲਿਆਉਣ ਦੀ ਲੋੜ ਹੈ, ਕਿਉਂਕਿ ਅਸੀਂ ਸਾਰੇ ਗਵਾਹ ਇਸ ਗੱਲ ਦੇ ਕਿ ਸਿਰਫ ਤੇ ਸਿਰਫ ਪੰਜਾਬ ਜਾਂ ਹਰਿਆਣਾ ਵਿੱਚ ਹੀ ਕੁਝ ਕੁ ਫਸਲਾਂ ਦੇ ਉੱਪਰ MSP ਕਦੇ ਮਿਲਦੀ ਹੈ, ਕਾਫੀ ਵਾਰ ਨਹੀਂ ਮਿਲਦੀ। ਕਿਸਾਨਾਂ ਨੂੰ ਬੜੇ ਘੱਟ ਰੇਟ ਦੇ ਉੱਪਰ ਆਪਣੀ ਫਸਲ ਵੇਚਣੀ ਪੈ ਜਾਂਦੀ ਹੈ ਕਿਉਂਕਿ ਉਹ ਖਰਾਬ ਹੋਣ ਦੇ ਉੱਤੇ ਆਈ ਹੁੰਦੀ ਹੈ। ਸੋ ਉਹਨਾਂ ਨੂੰ ਤਾਂ ਹੀ ਮੰਗ ਕਰਦੇ ਨੇ ਕਿ ਸਾਨੂੰ ਜੀ ਇੱਕ ਸਿਸਟਮ ਦੇ ਦਿਓ, ਇੱਕ ਕਾਨੂੰਨ ਦੇ ਦਿਓ ਕਿ ਬਈ ਜੇ ਕੋਈ ਨਾ ਲਵੇਗਾ ਤੁਸੀਂ ਚੱਕ ਲਵੋਗੇ। ਉਸੇ ਗੱਲ ਤੇ ਕਿਸਾਨ ਅੜੇ ਹੋਏ ਨੇ, ਆਪਣੀ ਗੱਲ ਮਨਾਉਣ ਦੀ ਗੱਲ ਕਰ ਰਹੇ ਨੇ। ਪਰ ਜੇਕਰ ਗੱਲ ਕੀਤੀ ਜਾਵੇ, ਮੈਂ ਦੁਬਾਰਾ ਗੱਲ ਕਰਦਾ ਕਿ ਪਿਛਲੇ 5-6 ਮਹੀਨਿਆਂ ਤੋਂ ਲਗਾਤਾਰ ਸਿਰਫ ਕਿਸਾਨੀ ਮੁੱਦੇ ਤੇ ਗੱਲ ਹੋਣਾ ਇੱਕ ਬੜੀ ਚੰਗੀ ਗੱਲ ਹੈ, ਕਿਉਂਕਿ ਜਿਹੜੇ ਮੁੱਦਿਆਂ ਦੀ ਜਿਹੜੀ ਸਰਕਾਰਾਂ ਗੱਲ ਕਰਦੀ ਹੈ, ਮੰਦਰਾਂ ਦੀ ਗੱਲ ਕਰਦੀ ਹੈ, ਕਸ਼ਮੀਰ ਦੀ ਗੱਲ ਕਰਦੀ ਹੈ, ਪਾਕਿਸਤਾਨ ਦੀ ਗੱਲ ਕਰਦੀ ਹੈ, ਚਾਈਨਾ ਦੀ ਗੱਲ ਕਰਦੀ ਹੈ। ਦੋਸਤੋ ਇਹਨਾਂ ਚੀਜ਼ਾਂ ਨੇ ਸਾਡੇ ਘਰ ਵਿੱਚ ਰਾਸ਼ਨ ਨਹੀਂ ਲਿਆਣਾ, ਇਹਨਾਂ ਚੀਜ਼ਾਂ ਨੇ ਦੇਸ਼ ਨੂੰ ਤਰੱਕੀ ਨਹੀਂ ਦਿਲਾਣੀ। ਤਰੱਕੀ ਦਿਲਾਣੀ ਹੈ ਸਾਡੇ ਕਿਸਾਨਾਂ ਨੇ, ਤਰੱਕੀ ਦਿਲਾਣੀ ਹੈ ਸਾਡੇ ਹੋਰ ਸੈਕਟਰਾਂ ਨੇ, ਨੌਕਰੀਆਂ ਨੇ, ਹੋਰ ਸਾਰੇ ਜਿਹੜੇ ਪਬਲਿਕ ਸੈਕਟਰ ਨੇ ਉਹਨਾਂ ਨੇ ਤਰੱਕੀ ਦਿਵਾਣੀ ਹੈ। ਪਰ ਜਿਹੜੇ ਮੁੱਦਿਆਂ ਦੇ ਉੱਪਰ ਸਰਕਾਰ ਸਾਨੂੰ ਸ਼ੁਰੂ ਤੋਂ ਭਟਕਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ, ਸਾਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ, ਉਹਨਾਂ ਮੁੱਦਿਆਂ ਤੋਂ ਹਟ ਕੇ ਜਿਵੇਂ ਹੁਣ ਅਸੀਂ ਸਾਰਾ ਕੱਲਾ ਪੰਜਾਬ ਹਰਿਆਣਾ ਨਹੀਂ ਪੂਰਾ ਭਾਰਤ ਜਿਵੇਂ ਸੁਰਜੀਤ ਹੋ ਰਿਹਾ, ਐਵੇਂ ਹੀ ਸਾਨੂੰ ਸੁਰਜੀਤ ਹੋਣ ਦੀ ਲੋੜ ਹੈ ਤੇ ਹੋਰਾਂ ਮੁੱਦਿਆਂ ਦੇ ਉੱਪਰ ਸਰਕਾਰਾਂ ਤੋਂ ਸਵਾਲ ਪੁੱਛਣ ਦੀ ਲੋੜ ਹੈ ਕਿ ਆਹ ਚੀਜ਼ ਦਾ ਕੀ ਫਾਇਦਾ ਵਾ, ਸਾਡੇ ਦੇਸ਼ ਤਰੱਕੀ ਕਰੇਗਾ ਜਾਂ ਹੋਰ ਪਿੱਛੇ ਜਾਵੇਗਾ। ਕਿਉਂਕਿ ਜੇਕਰ ਗੱਲ ਕੀਤੀ ਜਾਵੇ NRC ਦੇ ਮੁੱਦੇ ਲੈ ਲਈਏ, ਡੀਮੋਨੇਟਾਈਜੇਸ਼ਨ ਲੈ ਲਈਏ, GST ਲੈ ਲਈਏ, ਕਿਸਾਨੀ ਮੁੱਦਾ ਲੈ ਲਈਏ, ਭਾਰਤ ਅੱਗੇ ਵਧਣ ਦੀ ਬਜਾਏ ਬਹੁਤ ਪਿੱਛੇ ਚੱਲ ਰਿਹਾ। ਐਂਡ ਤਾਂ ਹੀ ਜਿਹੜੇ ਆਰਥਿਕ ਜਿਹੜੇ ਮਾਹਰ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਰਿਵਾਈਵ ਹੋਣ ਲਈ ਹੋਰ ਵੀ ਕਾਫੀ ਸਾਲ ਲੱਗ ਸਕਦੇ ਨੇ। ਪਰ ਦੇਖੋ ਤੁਸੀਂ ਫਿਰ ਜਿਹੜੀਆਂ ਗੱਲਾਂ ਕਰ ਰਹੇ ਹੋ, ਤੁਸੀਂ ਨਿਰਮਲਾ ਸੀਤਾਰਮਨ ਨੂੰ ਨਹੀਂ ਸੁਣਿਆ। ਉਹ ਤੇ ਤੁਹਾਡੀਆਂ ਗੱਲਾਂ ਦੇ ਉੱਤੇ ਤੁਹਾਨੂੰ ਫਿਰ ਕਹਿ ਦੂਗੇ ਕਿ ਤੁਸੀਂ ਇਦਾਂ ਲੱਗਦਾ ਹੈ ਕਿ ਹੁਣ ਕਰਾਮਾਤ ਕਰੋਗੇ ਕੁਝ, ਜਾਂ ਉਹ ਕਹਿੰਦੀ ਹੈ ਕਿ ਰਾਹੁਲ ਗਾਂਧੀ ਨੂੰ ਜਿੱਦਾਂ ਉਹ ਕਹਿੰਦੀ ਹੈ ਕਿ ਹੁਣ ਇਦਾਂ ਲੱਗਦਾ ਹੈ ਕਿ ਕਿਆਮਤ ਦੀ ਰਾਤ ਹੈ ਤੇ ਇਹ ਕਿਆਮਤ ਦੀਆਂ ਗੱਲਾਂ ਕਰਨ ਰਿਹਾ। ਉਹ ਕਹਿੰਦੀ ਕਿ ਅਸੀਂ ਤਾਂ ਜਿਹੜਾ ਸਭ ਕੁਝ ਸੋਚਦੇ ਹਾਂ, ਅਸੀਂ ਰੋਟੀ ਕੱਪੜਾ ਮਕਾਨ ਦੇ ਰਹੇ ਹਾਂ ਤੇ ਜਿਹੜੀਆਂ ਸਾਡੀਆਂ ਵੈਲਫੇਅਰ ਦੀਆਂ ਜਿਹੜੀਆਂ ਸਕੀਮਾਂ ਨੇ ਅਸੀਂ ਉਹਨੂੰ ਲਗਾਤਾਰ ਦੱਸ ਰਹੇ ਹਾਂ। ਤੇ ਮੈਂ ਤੁਹਾਨੂੰ ਦੱਸਦਾ ਕਿ ਕਿਸੇ ਵੀ ਮੁਲਕ ਦੀ ਤਰੱਕੀ ਦੇ ਲਈ ਉਹਦਾ ਜਿਹੜਾ ਸਿਟੀਜ਼ਨ ਹੈ ਉਹਨੂੰ ਤੁਸੀਂ ਫੜ ਕੇ ਨਹੀਂ ਖਿਲਾਉਣਾ। ਤੁਸੀਂ ਇਹ ਨਹੀਂ ਕਹਿਣਾ ਕਿ ਤੈਨੂੰ ਆਟਾ ਦੇ ਦਿੰਦੇ ਆ, ਤੈਨੂੰ ਰੋਟੀ ਦੇ ਦਿੰਦੇ ਆ, ਤੈਨੂੰ ਸਬਜ਼ੀ ਦੇ ਦਿੰਦੇ ਆ। ਤੁਸੀਂ ਉਹਨੂੰ ਰੋਜ਼ਗਾਰ ਦਿਓ, ਉਹ ਆਪਣੀ ਪਸੰਦ ਦੀ ਰੋਟੀ ਲਵੇ, ਪਸੰਦ ਦਾ ਜਿਹੜਾ ਕੁਝ ਵੀ ਉਹਨੇ ਖਾਣਾ, ਚਾਹੇ ਫਰੂਟ ਲਵੇ ਚਾਹੇ ਕੁਝ ਵੀ ਲਵੇ, ਉਹਨੂੰ ਅਸੀਂ ਕਹਿੰਦੇ ਆ ਕਿ ਉਹ ਇੱਕ ਚੰਗਾ ਸਿਟੀਜ਼ਨ ਹੋ ਨਿਬੜਿਆ। ਜਦੋਂ ਤੁਹਾਡੇ ਸਿਟੀਜ਼ਨ ਨੂੰ ਤੁਹਾਨੂੰ ਆਪ ਖਿਲਾਉਣਾ ਪਵੇ, ਤੁਹਾਨੂੰ ਉਹਦੇ ਲਈ ਇੱਦਾਂ ਦੀਆਂ ਸਕੀਮਾਂ ਘੜਨੀਆਂ ਪੈਣ, ਤਾਂ ਫਿਰ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਜਿਹੜੀ ਇਕੋਨਮੀ ਹੈ ਉਹ ਕਿੱਥੇ ਜਾ ਰਹੀ ਹੈ। ਕੱਲ੍ਹ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਦੇ ਵਿੱਚ ਕਿਹਾ ਔਰ ਉਹਨਾਂ ਨੇ ਰਾਹੁਲ ਗਾਂਧੀ ਨੂੰ ਜਵਾਬ ਦਿੰਦਾ ਕਿਹਾ ਵੀ ਇਹ ਤਾਂ ਐਵੇਂ ਗੱਲਾਂ ਕਰਦਾ ਰਹਿੰਦਾ, ਇਹਨੂੰ ਤਾਂ ਗੱਲਾਂ ਕਰਨ ਦੀ ਆਦਤ ਹੀ ਹੈ ਤੇ ਕਿਆਮਤ ਭਾਲਦਾ ਹੈ। ਸੋ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਜਵਾਬ ਤੁਸੀਂ ਦੇ ਦਿੱਤਾ ਕਿ ਮਾਈਨਸ GDP ਜਿਹੜੀ 28 ਮਾਈਨਸ ਹੈ, ਇਹ ਕਹਿੰਦੇ ਨੇ ਕਿ ਜੀ ਹੁਣ 11% ਦੇ ਨਾਲ ਜਿਹੜੀ ਹੈ ਅੱਗੇ ਵਧੇਗੀ। ਕਿੱਦਾਂ ਵਧੂਗੀ ਜੀ 11% ਦੇ ਨਾਲ? ਜੇ ਤੁਸੀਂ ਗੱਲ ਕਰੋ ਕਿ ਬੜੀਆਂ ਚੀਜ਼ਾਂ ਦੇ ਵਿੱਚ ਜਿਹੜਾ ਕੱਟ ਆਫ ਹੋ ਗਿਆ ਬਜਟ ਦੀ, ਮੈਂ ਗੱਲ ਕਰਾਂ ਇਹਨਾਂ ਦੀਆਂ ਵੈਲਫੇਅਰ ਦੀਆਂ ਸਕੀਮਾਂ ਦੇ ਵਿੱਚ ਇਹਨਾਂ ਨੇ 78% ਕੱਟ ਕਰ ਦਿੱਤਾ। ਪਹਿਲਾਂ ਇਹਨਾਂ ਦੀ ਇਸੇ ਵੈਲਫੇਅਰ ਦੀ ਸਕੀਮ ਦੇ ਵਿੱਚ 121 ਕਰੋੜ ਰੁਪਏ ਦਾ ਬਜਟ ਸੀਗਾ, 121 ਕਿ 130 ਇਹਦੇ ਵਿੱਚ ਸੀਗਾ ਬਜਟ। ਹੁਣ ਉਹਦਾ ਬਜਟ ਸਿਰਫ ਤੇ ਸਿਰਫ 30 ਕਰੋੜ ਹੈ। 78% ਜਿਹੜਾ ਉਹਦੇ ਵਿੱਚ ਕੱਟਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਸੋਸ਼ਲ ਜਾਂ ਪੁਨਰ ਆਵਾਸ ਦੀਆਂ ਜਿਹਨੂੰ ਅਸੀਂ ਕਹਿੰਦੇ ਆ ਉਹ ਜਿਹੜੀਆਂ ਸਕੀਮਾਂ ਦੇ ਵਿੱਚ ਇੰਨਾ ਕੱਟ ਲਾ ਦੇਣਾ। ਜੀ, ਇੰਨਾ ਕੱਟ ਕਰਨ ਦੇ ਬਾਵਜੂਦ ਨਿਰਮਲਾ ਸੀਤਾਰਮਨ, ਜਿਸ ਨੂੰ ਤਾਈ ਵੀ ਕਹਿੰਦੇ ਨੇ, ਉਹ ਬੜੀ ਟੋਰ ਦੇ ਨਾਲ ਸੰਸਦ ਵਿੱਚ ਅੱਜ ਜਵਾਬ ਦੇ ਰਹੇ ਨੇ ਕਿ ਸਾਡੇ ਹੱਥ ਕਾਰਪੋਰੇਟ ਘਰਾਣਿਆਂ ਦੇ ਲਈ ਨਹੀਂ, ਸਿਰਫ ਤੇ ਸਿਰਫ ਆਮ ਲੋਕਾਂ ਦੇ ਲਈ ਹੈ।
ਪਰ ਜਨਾਬ ਕਹਿਣੀ ਤੇ ਕਰਨੀ ਵਿੱਚ ਬਹੁਤ ਜ਼ਿਆਦਾ ਫਰਕ ਹੈ ਤੇ ਹਰ ਇੱਕ ਇਨਸਾਨ ਨੂੰ ਸਾਫ਼ ਦਿਖ ਰਿਹਾ ਹੈ ਕਿ ਭਾਵੇਂ ਗੱਲ ਮੈਂ ਕਰਾਂ ਕਟੌਤੀ ਦੀ, ਭਾਵੇਂ ਜਿਹੜੇ ਪਬਲਿਕ ਸੈਕਟਰ ਵੇਚਣ ਦੀ ਗੱਲ ਕਰਾਂ ਤੇ ਭਾਵੇਂ ਜਿਹੜੇ ਕੁਝ ਕੁ ਜਿਹੜੇ ਅਦਾਰੇ ਨੇ, ਕੁਝ ਕੁ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਟੈਕਸ ਵਿੱਚ ਛੂਟ ਦੇਣੀ ਜਾਂ ਫਿਰ ਉਹਨਾਂ ਦੀ ਜਿਹੜੀ ਟੈਕਸ ਜਿਹੜੀ ਚੋਰੀ ਹੈ ਉਸ ਨੂੰ ਨਜ਼ਰ ਅੰਦਾਜ਼ ਕਰਨਾ, ਉਹ ਲਗਾਤਾਰ ਇਸੇ ਸਰਕਾਰ ਦੇ ਬਜਟ ਦਾ ਅਧੀਨ ਰਿਹਾ ਤੇ ਕਹਿਣੀ ਤੇ ਕਰਨੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਲੋਕਾਂ ਨੂੰ ਸਮਝਣ ਦੀ ਲੋੜ ਹੈ, ਜਿਵੇਂ ਕਿ ਮੈਂ ਕਿਹਾ ਕਿ ਸਾਨੂੰ ਇਹਨਾਂ ਮੁੱਦਿਆਂ ਦੇ ਉੱਪਰ ਜਾਗਣ ਦੀ ਲੋੜ ਹੈ, ਨਾ ਕਿ ਇਹ ਜਾਣਨ ਦੀ ਲੋੜ ਹੈ ਕਿ ਪਾਕਿਸਤਾਨ ਆਪਣੇ ਦੇਸ਼ ਵਿੱਚ ਕੀ ਕਰ ਰਿਹਾ ਜਾਂ ਮੰਦਰ ਦਾ ਨਿਰਮਾਣ ਕਿੱਥੋਂ ਤੱਕ ਪਹੁੰਚਿਆ। ਚਲੋ ਠੀਕ ਹੈ, ਆਸਥਾ ਇੱਕ ਅਲੱਗ ਚੀਜ਼ ਆ, ਗੁਆਂਢੀ ਮੁਲਕਾਂ ਦੀ ਜਾਣਕਾਰੀ ਲੈਣਾ ਇੱਕ ਅਲੱਗ ਚੀਜ਼ ਆ, ਪਰ ਤੁਹਾਡੇ ਦੇਸ਼ ਦੀ GDP ਕਿਵੇਂ ਕੰਮ ਕਰ ਰਹੀ ਹੈ, ਦੇਸ਼ ਦੀ ਸਰਕਾਰ ਕਿਵੇਂ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੁਹਾਨੂੰ ਬੇਰੁਜ਼ਗਾਰੀ ਤੋਂ ਕਿਵੇਂ ਨਿਜਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ। ਸੋ ਉਮੀਦ ਤੇ ਇਹੀ ਕਰਦੇ ਖੈਰ ਸਾਹਿਬ ਕਿ ਜਿਹੜੇ ਮੁੱਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੁੱਦੇ ਚੁੱਕ ਕੇ ਲਿਆਉਂਦੇ ਆ, ਲੋਕੀ ਉਸ ਨੂੰ ਚੰਗੀ ਤਰ੍ਹਾਂ ਸੁਣਦੇ ਨੇ ਤੇ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਤੇ ਆਪਣੇ ਵੈਲਿਊਬਲ ਕਮੈਂਟ ਦੋਸਤੋ ਤੁਸੀਂ ਸਾਨੂੰ ਸਾਡੇ YouTube ਚੈਨਲ ਪੰਜਾਬ ਮਿਲ USA TV ਦੇ ਉੱਪਰ ਦੇ ਸਕਦੇ ਹੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਤੁਹਾਡਾ ਬਹੁਤ ਬਹੁਤ ਧੰਨਵਾਦ।